तेरे कवन कवन गुण कह कह गावा, तेरे कवन कवन गुण कह कह गावा।
ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ, ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰ। ਦਇਆ ਕਰੋ ਕਿਛ ਮਿਹਰ ਉਪਾਵੋ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੋ ਅਪਰਾਧੀ ਗੁਣਹਗਾਰ ਹੋਵੇ ਮੁਖ ਬੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਘਣ। ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ, ਕਾਮ ਕ੍ਰੋਧ ਅਰ ਲੋਭ ਮੋਹ ਅਹੰਕਾਰ ਕਰੰਦਾ। ਸਿਮਰ ਮਰੀਦਾ ਢਾਡੀਆ, ਸਿਮਰ ਮਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਬਖਸ਼ੀ ਗੁਰ ਮੇਰਿਆ, ਬਹੁਤੇ ਨੇ ਅਵਗੁਣ ਮੇਰੇ। 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 ਬਖਸ਼ੀ ਗੁਰ ਮੇਰਿਆ, ਬਹੁਤੇ ਨੇ ਅਵਗੁਣ। ਬਖਸ਼ੀ ਗੁਰ ਮੇਰਿਆ, ਬਹੁਤੇ ਨੇ ਅਵਗੁਣ। ਬਖਸ਼ੀ ਗੁਰ ਮੇਰਿਆ, ਬਹੁਤੇ ਨੇ ਅਵਗੁਣ ਮੇਰੇ। 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 ਤਕਿਓ ਨਾ ਔਗਣ ਮੇਰੇ, ਤਕਿਓ ਨਾ ਔਗਣ 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 ਮੇਰੇ।
ਨਾ ਔਗਣ ਮੇਰੇ ਤੱਕਿਓ 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 ਨਾ ਔਗਣ ਮੇਰੇ ਸਾਖੀ ਗੁਰ ਮੇਰਿਆ ਬਹੁਤੇ ਨੇ ਔਗਣ ਸਾਖੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ 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 ਮੈਂ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਫੁੱਲੇ ਸੁਤਦਾਰਾ ਚੋਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਬਲੰਤ ਜਮ ਪ੍ਰਾਣ ਸਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਤੇਰੀ ਮਿਹਰ ਦੇ ਸਹਾਰੇ ਪਾਰ ਲੱਗਣਾ ਬੇੜਾ ਮੇਰੀ ਜਿੰਦੜੀ ਤੇਰੀ ਮਿਹਰ ਦੇ ਸਹਾਰੇ ਪਾਰ ਲੱਗਣਾ ਬੇੜਾ ਮੇਰੀ ਜਿੰਦੜੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਬੇੜਾ ਮੇਰੀ ਜਿੰਦੜੀ ਦਾ ਬੇੜਾ ਮੇਰੀ ਜਿੰਦੜੀ ਦਾ ਬੇੜਾ ਮੇਰੀ ਜ਼ਿੰਦੜੀ ਦਾ ਬੇੜਾ ਮੇਰੀ ਜ਼ਿੰਦਗੀ ਦਾ ਬੇੜਾ ਮੇਰੀ ਜ਼ਿੰਦੜੀ ਦਾ ਬੇੜਾ ਮੇਰੀ ਜ਼ਿੰਦਗੀ ਦਾ ਮਿਹਰ ਦੇ ਸਹਾਰੇ ਪਾਰ ਲੱਗਣਾ ਬੇੜਾ ਮੇਰੀ ਜ਼ਿੰਦਗੀ ਦਾ ਮਿਹਰ ਦੇ ਸਹਾਰੇ ਪਾਰ ਲੱਗਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੱਗਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੀ ਮਿਹਰ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ ਆਇਆ ਦੂਰੋਂ ਜਬ ਕੇ ਮੈਂ ਸਕੀ ਸੋ ਸ਼ਰਨਾਏ ਜੀਓ ਮੈਂ ਆਸਰ ਜਤ ਲੈ ਮੇਰਾ ਸਕੋ ਦੁੱਖ ਗਵਾਏ ਜੀਓ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸੁਭਾਗੀਆਂ ਘੜੀਆਂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਪਾਵਨ ਉੱਚੀ ਤੇ ਸੁੱਚੀ ਗੋਦ ਅੰਦਰ ਜੁੜ ਮਿਲ ਕੇ ਬੈਠਣ ਦੀਆਂ ਪ੍ਰਾਪਤ ਹੋਈਆਂ ਹੈ। ਆਓ ਸਾਰੀ ਸੰਗਤ
ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਾਫੀ ਸਮੇਂ ਤੋਂ ਗੁਰੂ ਪਿਆਰਿਆਂ ਦੀ ਰਸਨਾ ਤੋਂ, ਮਹਾਂਪੁਰਖਾਂ ਦੀ, ਰੱਬ ਦੇ ਪਿਆਰਿਆਂ ਦੀ ਰਸਨਾ ਤੋਂ ਹਰੀ ਜਸ ਕੀਰਤਨ ਸਰਵਣ ਕਰ ਰਹੇ ਸੀ। ਦਾਸ ਤੋਂ ਪਹਿਲਾਂ ਬਹੁਤ ਹੀ ਪ੍ਰੇਮ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਹੋਰੀ, ਜੋ ਬੜੇ ਪ੍ਰੇਮ ਨਾਲ ਸਾਨੂੰ ਹਰੀ ਜਸ ਕੀਰਤਨ ਸਰਵਣ ਕਰਾ ਰਹੇ ਸੀ। ਸਤਿਗੁਰੂ ਬਾਣੀ ਵਿੱਚ ਵਚਨ ਕਰਦੇ ਨੇ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰ ਕੇ ਪਤ ਸਿਉ ਜਾਏ ਨਾ। ਬੜੇ ਪ੍ਰੇਮ ਨਾਲ ਰਸ ਭਿੰਨਾ ਕੀਰਤਨ ਆਪਾਂ ਸਾਰੀ ਸੰਗਤ ਸਰਵਣ ਕਰ ਰਹੇ ਸਾਂ। ਆਓ ਥੋੜਾ ਜਿਹਾ ਸਮਾਂ ਸਤਿਗੁਰੂ ਜੀ ਨੇ ਹੋਰ ਬਖਸ਼ਿਆ, ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਹੈ। ਆਪ ਜੀ ਵੀ ਬਹੁਤ ਲੰਬੇ ਟਾਈਮ ਤੋਂ ਸਾਹਿਬ ਜੀ ਦੀ ਗੋਦ ਅੰਦਰ ਬੈਠੇ ਹੋ। ਸ਼ਾਮ ਤੋਂ ਲੈ ਕੇ ਕਈ ਗੁਰਮੁਖ ਤਾਂ ਏਦਾਂ ਦੇ ਹੋਣਗੇ ਜਿਹੜੇ 7-8 ਵਜੇ ਦੇ ਹੀ ਸਤਿਗੁਰੂ ਜੀ ਦੀ ਗੋਦ ਵਿੱਚ ਬੈਠੇ ਹੋਣਗੇ। ਔਰ ਦੇਖੋ ਹੁਣ ਸਾਧ ਸੰਗਤ 11:30 ਵੱਜ ਚੁੱਕੇ ਨੇ। ਕਿੰਨੇ ਹੀ ਟਾਈਮ ਤੋਂ ਤੁਸੀਂ ਆਨੰਦ ਮਾਣ ਰਹੇ ਹੋ, ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹਾਂ। ਸਕੱਤਰ ਸਾਹਿਬ ਬੜੇ ਪ੍ਰੇਮ ਨਾਲ ਕਹਿ ਰਹੇ ਸੀ ਵੀ ਸਾਨੂੰ ਸਾਰਿਆਂ ਨੂੰ ਬੈਠਣਾ ਚਾਹੀਦਾ ਹੈ, ਪਰ ਸਾਧ ਸੰਗਤ ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਨੇ, ਹੈਨ ਵਿਰਲੇ ਨਾਹੀਂ ਘਣੇ। ਵਿਰਲੀਆਂ ਰੂਹਾਂ ਹੁੰਦੀਆਂ ਨੇ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਨ ਮਾਰ ਕੇ, ਨੀਂਦ ਨੂੰ ਤਿਆਗ ਕੇ, ਕਿਉਂਕਿ ਸਤਿਗੁਰੂ ਕੋਲ ਬੈਠਣਾ, ਮਨ ਮਾਰ ਕੇ ਸਤਿਗੁਰੂ ਜੀ ਦੀ ਬਾਣੀ ਸੁਣਨੀ, ਇਹ ਵੀ ਇੱਕ ਤਪ ਹੈ। ਜੇ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਆ ਨਾ, ਵੀ ਮਹਾਂਪੁਰਖਾਂ ਨੇ ਤਪ ਕੀਤਾ ਹੈ, ਬੰਦਗੀ ਕੀਤੀ ਹੈ। ਜੇ ਆਪਾਂ ਸਤਿਗੁਰ ਦੀ ਹਜ਼ੂਰੀ ਵਿੱਚ ਬੈਠੇ ਆ, ਆਪਾਂ ਵੀ ਇੱਕ ਤਪ ਕਰ ਰਹੇ ਆ, ਬੰਦਗੀ ਕਰ ਰਹੇ ਆ। ਆਪਾਂ ਸ਼ਾਮ ਤੋਂ ਲੈ ਕੇ ਆਏ ਆ ਗੁਰੂ ਸਾਹਿਬ ਦੇ ਚਰਨਾਂ 'ਚ, ਆਪਣੀਆਂ ਅਰਜ਼ੀਆਂ ਭੇਟਾਂ ਕੀਤੀਆਂ, ਬੇਨਤੀਆਂ ਭੇਟਾਂ ਕੀਤੀਆਂ। ਹੁਣ ਜਦੋਂ ਸੰਪੂਰਨਤਾ ਦੀ ਅਰਦਾਸ ਹੋਣੀ ਹੈ, ਜਿਹੜੀ ਆਪਾਂ ਸੰਪੂਰਨਤਾ ਦੀ ਅਰਦਾਸ ਕਰਨੀ ਹੈ, ਸਮਾਪਤੀ ਦੀ ਅਰਦਾਸ ਕਰਨੀ ਹੈ, ਤੇ ਸਮਾਪਤੀ ਦੀ ਅਰਦਾਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਸਾਹਿਬ ਬਖਸ਼ਣੇ। ਉਹ ਹੁਕਮਨਾਮੇ ਜਿਹੜੇ ਸਾਹਿਬ ਜੀ ਨੇ ਬਖਸ਼ਣੇ ਨੇ, ਉਹ ਸਾਡੀਆਂ ਅਰਜ਼ੀਆਂ ਤੇ ਮੋਹਰ ਲੱਗਣੀ ਹੈ, ਮੋਹਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹੁਕਮਨਾਮੇ ਬਖਸ਼ ਕੇ ਜਿਹੜੀਆਂ ਸਾਡੀਆਂ ਪ੍ਰੇਮ ਦੀਆਂ ਅਰਜ਼ੀਆਂ ਨੇ, ਪ੍ਰੇਮ ਦੀਆਂ ਚਿੱਠੀਆਂ ਨੇ, ਉਹਨਾਂ ਉੱਪਰ ਸਤਿਗੁਰੂ ਜੀ ਨੇ ਮੋਹਰ ਲਾਉਣੀ ਹੈ, ਸਾਨੂੰ ਬਖਸ਼ਿਸ਼ਾਂ ਵਰਤਾਉਣੀਆਂ। ਤੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਾਣਾ ਹੈ, ਇਸ ਪੰਡਾਲ ਵਿੱਚੋਂ ਆਪਾਂ ਵਿਦਾਇਗੀ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਜਿਹੜੇ ਪਿਆਰ ਵਾਲੇ ਹੁੰਦੇ ਨੇ ਸਾਧ ਸੰਗਤ ਤੋਂ ਪਿੱਠ ਦਿਖਾ ਕੇ ਨਹੀਂ ਜਾਂਦੇ, ਉਹ ਸਾਹਿਬ ਜੀ ਨੂੰ ਵਿਦਾਇਗੀ ਦੇ ਕੇ ਪਿੱਛੇ ਪਿੱਛੇ ਜਾਂਦੇ ਆ ਮਹਾਰਾਜ। ਮਹਾਂਪੁਰਖ ਵਚਨ ਕਰਦੇ ਹੁੰਦੇ ਸੀ, ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ। ਉਹ ਕਹਿੰਦੇ ਹੁੰਦੇ ਸੀ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਡਾਲ ਚੋਂ ਜਾਂਦੇ ਨੇ ਨਾ, ਸਮਾਪਤੀ ਹੁੰਦੀ ਹੈ ਕਿਸੇ ਵੀ ਦੀਵਾਨ ਦੀ ਜਾਂ ਸਮਾਗਮ ਦੀ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਜਾਂ ਸਤਿਗੁਰੂ ਜੀ ਸੀਸ ਤੇ ਆਪਾਂ ਸਜਾਉਂਦੇ ਆ ਤੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਆ, ਕਹਿੰਦੇ ਜਦੋਂ ਸਤਿਗੁਰੂ ਜਾਂਦੇ ਨੇ ਤੇ ਕਈ ਗੁਰਮੁਖ ਝੋਲੀਆਂ ਅੱਡ ਕੇ ਖੜ ਜਾਂਦੇ ਨੇ, ਝੋਲੀਆਂ।
ਉਸ ਵੇਲੇ ਇੰਨੀ ਕਿਰਪਾ ਵਰਤਦੀ ਹੈ, ਇੰਨੀ ਬਖਸ਼ਿਸ਼ ਵਰਤਦੀ ਹੈ। ਜਾਂਦੇ ਜਾਂਦੇ ਸਤਿਗੁਰੂ ਇੰਨੀਆਂ ਖੁਸ਼ੀਆਂ ਵਰਤਾ ਜਾਂਦੇ ਨੇ, ਕਈਆਂ ਦੀਆਂ ਖਾਲੀ ਝੋਲੀਆਂ ਵੀ ਭਰ ਜਾਂਦੇ ਨੇ ਪਿਆਰ। ਗੱਲ ਤੇ ਸ਼ਰਧਾ ਦੀ ਹੈ, ਗੱਲ ਤੇ ਭਾਵਨਾ ਦੀ ਹੈ। ਜੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ, ਫਿਰ ਤੇ ਅਸੀਂ ਸਤਿਗੁਰੂ ਜੀ ਨੂੰ ਵਧਾਈ ਦੇ ਕੇ ਹੀ ਜਾਵਾਂਗੇ। ਤੇ ਜੇ ਅਸੀਂ ਸਰੀਰਾਂ ਨਾਲ ਜੁੜੇ ਹੋਏ ਆ, ਤੇ ਫਿਰ ਗੁਰਮੁਖੋ ਸਾਡਾ ਸੁਭਾਅ ਹੁੰਦਾ ਹੈ, ਕੋਈ ਘੰਟਾ ਕੁ ਬੈਠਣ ਵਾਲਾ ਹੁੰਦਾ ਹੈ, ਕੋਈ 1.5 ਘੰਟਾ ਬੈਠਣ ਵਾਲਾ ਹੁੰਦਾ ਹੈ। ਇੱਕ ਜਗ੍ਹਾ ਅਸੀਂ ਸਮਾਗਮ ਤੇ ਗਏ, ਕਾਫੀ ਟਾਈਮ ਦੀ ਗੱਲ ਹੈ, ਸੱਚੀ ਗੱਲ ਤੁਹਾਨੂੰ ਵਰਤੀ ਹੋਈ ਦੱਸਦੇ। ਰੈਣ ਸਭਾਈ ਕੀਰਤਨ ਸੀ, ਸਮਾਗਮ ਤੇ ਗਏ, ਤੇ ਜਦੋਂ ਸਾਧ ਸੰਗਤ ਗਏ ਨਾ, ਤੇ ਕਈ ਪੰਡਾਲ ਵਿੱਚ ਮਾਈਆਂ ਭੈਣਾਂ ਵੀਰ ਵੀ ਸੁੱਤੇ ਪਏ ਪੰਡਾਲ ਦੇ ਵਿੱਚ। ਕਈਆਂ ਦਾ ਸੁਭਾਅ ਹੁੰਦਾ ਨੀਂਦ ਆਉਂਦੀ ਹੈ। ਹੁਣ ਦੇਖੋ 11:30 ਵਜੇ ਪਏ ਨੇ, ਨੀਂਦ ਵੀ ਘੇਰਾ ਪਾਉਂਦੀ। ਪਰ ਜਿਹੜੇ ਪਿਆਰ ਵਾਲੇ ਹੁੰਦੇ ਨੇ, ਉਹ ਇਹ ਮਨ ਵਿੱਚ ਸੋਚਦੇ ਨੇ ਵੀ ਸੌਣਾ ਤੇ ਰੋਜ਼ ਹੀ ਹੈ। ਇਹ ਤੁਹਾਡਾ ਪ੍ਰੇਮ ਹੀ ਹੈ ਨਾ। ਦੇਖੋ ਤੁਸੀਂ ਤੇ ਇੱਥੇ ਜਾ ਕੇ ਆਪਣੇ ਆਪਣੇ ਘਰਾਂ 'ਚ ਸੌ ਜਾਣਾ। ਆ ਸਾਨੂੰ ਮੋਗੇ ਤੋਂ ਆਉਣ ਨੂੰ 4 ਘੰਟੇ ਲੱਗੇ ਨੇ ਤੁਹਾਡੇ ਕੋਲ। 4-4.5 ਘੰਟੇ ਦਾ ਸਫ਼ਰ ਸੀਗਾ, ਜਿਹੜਾ ਸਫ਼ਰ ਕੱਟ ਕੇ ਅਸੀਂ ਸੋਚਿਆ ਵੀ ਜ਼ਰੂਰ ਹਾਜ਼ਰੀ ਲਵਾ ਕੇ ਆਉਣੀ ਹੈ। ਸਫ਼ਰ ਨਹੀਂ ਦੇਖਣਾ, ਗੁਰਮੁਖਾਂ ਦਾ ਪਿਆਰ ਦੇਖਣਾ, ਮਹਾਂਪੁਰਖਾਂ ਦਾ ਸਤਿਕਾਰ ਹੋਣਾ ਚਾਹੀਦਾ। ਮਹਾਂਪੁਰਖਾਂ ਦੀ ਯਾਦ ਵਿੱਚ ਗੁਰਮੁਖ ਬੈਠੇ ਨੇ, ਜ਼ਰੂਰ ਜਾਣਾ। ਤੇ ਗੁਰਮੁਖੋ ਪੰਡਾਲ ਵਿੱਚ ਸੁੱਤੇ ਹੋਏ ਸੀ ਕਈ, ਤੇ ਕਿਸੇ ਗੁਰਮੁਖ ਨੇ ਆ ਕੇ ਉਠਾਇਆ, ਕਹਿੰਦੇ ਉੱਠੋ ਬਈ, ਤੁਸੀਂ ਕਿਉਂ ਸੁੱਤੇ ਪਏ ਹੋ ਪੰਡਾਲ ਵਿੱਚ? ਕੀਰਤਨ ਹੋ ਰਿਹਾ, ਦੀਵਾਨ ਲੱਗ ਰਿਹਾ, ਤੁਸੀਂ ਸੁੱਤੇ ਕਿਉਂ? ਉਹਨਾਂ ਨੇ ਜਵਾਬ ਬੜਾ ਕਮਾਲ ਦਾ ਦਿੱਤਾ। ਪੁੱਛਿਆ ਵੀ ਤੁਸੀਂ ਕਿਉਂ ਸੁੱਤੇ ਹੋ? ਉਹ ਕਹਿੰਦੇ ਜੀ ਅਸੀਂ ਤਾਂ ਸੁੱਤੇ ਆ, ਸਾਡੇ ਵਾਲਾ ਜੱਥਾ ਤੇ ਹਜੇ ਆਇਆ ਹੀ ਨਹੀਂ। ਆਖੋ ਸਤਿਨਾਮ। ਜਦੋਂ ਸਾਡਾ ਜੱਥਾ ਆਊਗਾ ਉੱਠ ਕੇ ਸੁਣ ਲਾਂਗੇ। ਅਸੀਂ ਸਰੀਰਾਂ ਨਾਲ ਜੁੜੇ ਹੋਏ ਆ ਪਿਆਰ। ਤੇ ਸਤਿਗੁਰ ਨੇ ਸਾਨੂੰ ਕੀ ਵਚਨ ਕੀਤਾ ਹੈ? ਸਤਿਗੁਰੂ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸਾਡੇ ਵਿੱਚ ਬੈਠੇ ਨੇ, ਤੇ ਅਸੀਂ ਸਤਿਗੁਰ ਨੂੰ ਪਿੱਠ ਦਿਖਾ ਕੇ ਘਰਾਂ ਨੂੰ ਚਾਲੇ ਪਾ ਦੇ। ਚਾਹੀਦਾ ਤੇ ਇਹ ਹੈ ਸਾਨੂੰ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣ, ਆਪਾਂ ਸਾਰੇ ਪਿੱਛੇ ਪਿੱਛੇ ਮਹਾਰਾਜ ਦੇ ਚੱਲੀਏ ਸਤਿਕਾਰ ਵਿੱਚ। ਸਤਿਗੁਰੂ ਸਾਨੂੰ ਖੁਸ਼ੀਆਂ ਵਰਤਾ ਕੇ ਇਸ ਪੰਡਾਲ ਚੋਂ ਜਾਣ, ਤੇ ਅਸੀਂ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਉਹ ਖੁਸ਼ੀਆਂ ਲੈਂਦੇ, ਆਪਣੀ ਝੋਲੀ ਵਿੱਚ ਖੁਸ਼ੀਆਂ ਪਾਉਂਦੇ, ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲੀਏ। ਸਤਿਗੁਰੂ ਸਾਨੂੰ ਖੁਸ਼ੀਆਂ ਦੀ ਬਖਸ਼ਿਸ਼ ਕਰਨ। ਤੇ ਪਿਆਰਿਓ, ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠਦੇ ਆ ਨਾ, ਮੇਰੇ ਮਾਲਕ ਨੇ ਤੇ ਪਹਿਲਾਂ ਹੀ ਕਿਰਪਾ ਕਰ ਦਿੱਤੀ। ਪਾਤਸ਼ਾਹ ਕਹਿੰਦੇ ਵਿਰਲੇ ਵਿਰਲੇ ਹੁੰਦੇ ਨੇ। ਆਪਾਂ ਸੰਸਾਰੀ ਸੋਚ ਦੇ ਵਿੱਚ ਕਹਿੰਦੇ ਆ, ਮਾਇਆ ਵਾਲਿਆਂ ਨੂੰ ਕਹਿੰਦੇ ਆ ਵੱਡੇ ਆ, ਜਿਨ੍ਹਾਂ ਦੇ ਘਰ ਵੱਡੇ ਨੇ ਆਪਾਂ ਕਹਿੰਦੇ ਵੱਡੇ ਆ, ਕੋਠੀਆਂ ਵੱਡੀਆਂ ਨੇ ਆਪਾਂ ਕਹਿੰਦੇ ਵੱਡੇ ਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਸਲੀ ਵੱਡੇ ਪਤਾ ਕੌਣ ਨੇ? ਪਾਤਸ਼ਾਹ ਕਹਿੰਦੇ ਕੌਣ ਵੱਡਾ? ਮਾਇਆ ਵੱਡੇ। ਮਾਇਆ ਵਾਲੇ ਵੱਡੇ ਨੇ, ਜਿਨ੍ਹਾਂ ਕੋਲੇ ਪੈਸਾ ਬਹੁਤਾ ਹੈ, ਮਾਇਆ ਬਹੁਤੀ ਹੈ, ਉਹ ਵੱਡੇ ਨੇ। ਮਹਾਰਾਜ ਕਹਿੰਦੇ ਨਹੀਂ। ਕੌਣ ਵੱਡਾ? ਮਾਇਆ ਵਡਿਆਈ। ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ। ਅਸਲੀ ਵੱਡੇ ਤੇ ਤੁਸੀਂ ਹੋ, ਜਿਹੜੇ ਹਜੇ ਵੀ ਬੈਠੇ। ਭਾਗਾਂ ਵਾਲੇ ਨੇ, ਕਰਮਾਂ ਵਾਲੇ ਨੇ, ਜਿਹੜੇ ਹਜੇ ਵੀ ਸੱਜ ਕੇ ਬੈਠੇ ਨੇ, ਹਜੇ ਵੀ ਮਹਾਰਾਜ ਦੇ ਚਰਨਾਂ 'ਚ ਆਨੰਦ ਲੈ ਰਹੇ ਨੇ। ਕੋਈ ਸਮੇਂ ਦੀ ਪਰਵਾਹ ਨਹੀਂ, ਕੋਈ ਟਾਈਮ ਦੀ ਪਰਵਾਹ ਨਹੀਂ। ਪਾਤਸ਼ਾਹ ਕਹਿੰਦੇ ਸੋ ਵੱਡਾ। ਅਸਲੀ ਵੱਡੇ ਉਹ ਨੇ ਜਿਨ੍ਹਾਂ ਦੀ ਸਤਿਗੁਰੂ ਜੀ ਦੇ ਨਾਲ ਲਿਵ ਲੱਗ ਜਾਏ। ਤੇ ਪਿਆਰਿਓ, ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ ਨਾ, ਟਾਈਮ ਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਕੁ ਲੰਘ ਗਿਆ। ਜੇ ਆਪਾਂ ਟਾਈਮ ਦੇਖਦੇ ਆ ਤਾਂ ਮਤਲਬ ਆਪਣੀ ਲਿਵ ਨਹੀਂ ਲੱਗੀ। ਜੇ ਆਪਾਂ ਸਮੇਂ ਦੇ ਬੰਧ ਵਿੱਚ ਆ, ਆਪਾਂ ਕਹਿੰਦੇ ਸਮਾਂ ਜ਼ਿਆਦਾ ਹੋ ਗਿਆ ਤੇ ਆਪਣੀ ਲਿਵ ਨਹੀਂ ਲੱਗੀ। ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ ਉਹਨਾਂ ਨੂੰ ਤੇ ਟਾਈਮ ਦਾ ਪਤਾ ਹੀ ਨਹੀਂ ਰਹਿੰਦਾ। ਉਹਨਾਂ ਦੀ ਤੇ ਬਾਣੀ ਵਿੱਚ
ਸਤਿਗੁਰੂ ਜੀ ਨੇ ਬਚਨ ਕਰ ਦਿੱਤਾ, ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਹੋਏ। ਉੱਥੇ ਨੀਂਦ ਕਿੱਥੇ, ਉੱਥੇ ਨੀਂਦ ਕਿੱਥੇ, ਉੱਥੇ ਆਲਸ ਕਿੱਥੇ, ਉੱਥੇ ਸੁਸਤੀ ਕਿੱਥੇ। ਜਿਨ੍ਹਾਂ ਦਾ ਗੁਰੂ ਦੇ ਚਰਨਾਂ 'ਚ ਪਿਆਰ ਪੈ ਜੇ, ਪ੍ਰੇਮ ਪੈ ਜੇ, ਹਜੇ ਸਾਡਾ ਸੰਸਾਰ ਨਾਲ ਪ੍ਰੇਮ ਹੈ, ਹਜੇ ਸਾਡਾ ਨੀਂਦ ਨਾਲ ਪ੍ਰੇਮ ਹੈ, ਸਾਡਾ ਘਰ ਨਾਲ ਪ੍ਰੇਮ ਹੈ। ਜੇ ਗੁਰੂ ਨਾਲ ਪ੍ਰੇਮ ਪੈ ਜੇ ਨਾ ਪਿਆਰਿਓ, ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਪੈ ਜਾਏ, ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਪੈ ਜਾਂਦਾ, ਦਿਨ ਕੀ ਰਾਤ ਕੀ, ਉਹ ਤੇ ਐਸੇ ਆਨੰਦ ਵਿੱਚ ਜੁੜ ਜਾਂਦੇ। ਸੰਤ ਬਾਬਾ ਅਤਰ ਸਿੰਘ ਜੀ ਮਾਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਹਜੂਰ ਸਾਹਿਬ ਚੌਂਕੜਾ ਲਾ ਕੇ ਬੈਠੇ ਸੀ, ਗੋਦਾਵਰੀ ਦੇ ਕੰਢੇ ਚੌਂਕੜਾ ਲਾ ਕੇ ਬੈਠੇ ਸੀ। ਆਪਾਂ ਇੱਕ ਪਾਠ ਜਪਜੀ ਸਾਹਿਬ ਦਾ ਕਰਨਾ ਹੋਵੇ, ਕਿੰਨੇ ਵਾਰੀ ਚੌਂਕੜਾ ਬਦਲਦੇ ਆ ਪਿਆਰੇ। ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇ, ਕਿੰਨੇ ਵਾਰੀ ਚੌਂਕੜਾ ਬਦਲਦੇ ਆ। ਬਾਬਾ ਅਤਰ ਸਿੰਘ ਜੀ ਬੈਠੇ ਸੀ ਗੋਦਾਵਰੀ ਦੇ ਕੰਢੇ ਚੌਂਕੜਾ ਲਗਾ ਕੇ, 1.25 ਲੱਖ ਪਾਠ ਜਪਜੀ ਸਾਹਿਬ ਦਾ ਕੀਤਾ, ਇੱਕੋ ਚੌਂਕੜੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। 1.25 ਲੱਖ ਪਾਠ ਜਪਜੀ ਸਾਹਿਬ। ਗੱਲ ਇਹ ਨਹੀਂ ਵੀ ਕਿੰਨਾ ਪਾਠ ਕੀਤਾ, ਗੱਲ ਇਹ ਹੈ ਵੀ ਹਿਰਦੇ 'ਚ ਪ੍ਰੇਮ ਕਿੰਨਾ ਹੈ, ਹਿਰਦੇ 'ਚ ਪਿਆਰ ਕਿੰਨਾ। ਪਿਆਰ ਤੋਂ ਬਿਨਾਂ ਤਾਂ ਘੰਟਾ ਵੀ ਨਹੀਂ ਬੈਠਾ ਜਾਂਦਾ, ਪ੍ਰੇਮ ਤੋਂ ਬਿਨਾਂ ਤਾਂ ਅੱਧਾ ਘੰਟਾ ਵੀ ਨਹੀਂ ਬੈਠਾ ਜਾਂਦਾ। ਗੱਲ ਤਾਂ ਇਹ ਹੈ ਵੀ ਹਿਰਦੇ 'ਚ ਪ੍ਰੇਮ ਕਿੰਨਾ ਹੈ, ਪਿਆਰ ਕਿੰਨਾ ਹੈ। ਤੇ ਜਦੋਂ ਪਿਆਰ ਹੁੰਦਾ ਫਿਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਟਾਈਮ ਲੰਘ ਗਿਆ। ਪ੍ਰੇਮ ਵਿੱਚ ਨਹੀਂ ਟਾਈਮ ਦਾ ਪਤਾ ਲੱਗਦਾ। ਤੇ ਮਹਾਂਪੁਰਖਾਂ ਦੀ ਤਾਂ ਅਵਸਥਾ ਹੀ ਇਹ ਹੁੰਦੀ ਹੈ ਪਿਆਰਿਓ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਸਾਈਂ ਦੇ ਪਿਆਰਿਆਂ ਦੀ। ਮਿਰਲੇ ਮਿਰਲੇ ਨੇ ਤੇਰੇ ਨਾਮ ਦੇ ਵਪਾਰੀ, ਮਿਰਲੇ ਮਿਰਲੇ ਨੇ ਤੇਰੇ ਨਾਮ ਦੇ ਵਪਾਰੀ। ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ। ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ। ਮਿਰਲੇ ਮਿਰਲੇ ਨੇ ਤੇਰੇ ਨਾਮ ਦੇ ਵਪਾਰੀ, ਮਿਰਲੇ ਮਿਰਲੇ ਨੇ ਤੇਰੇ ਨਾਮ ਦੇ ਵਪਾਰੀ। ਓ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ। ਬਿਰਲੇ ਬਿਰਲੇ ਨੇ ਤੇਰੇ
ਵਪਾਰੀ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਓ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ 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 ਮਿਲਦੇ ਮਿਲਦੇ ਨੇ ਤੇਰੇ ਨਾਮ ਦੇ ਮਿਲਦੇ ਮਿਲਦੇ ਨੇ ਤੇਰੇ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਵਰਦੇ ਵਰਦੇ ਨੇ ਤੇਰੇ ਨਾਮ ਦੇ ਵਪਾਰੀ ਵਰਦੇ ਵਰਦੇ ਨੇ ਤੇਰੇ ਨਾਮ ਦੇ ਵਪਾਰੀ ਵਰਦੇ ਵਰਦੇ ਨੇ ਤੇਰੇ ਨਾਮ ਦੇ ਵਪਾਰੀ ਮਹਾਰਾਜ ਕਹਿੰਦੇ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋਹ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਜਿਹੜੇ ਰੱਬ ਦੇ ਪਿਆਰੇ ਨੇ ਬੰਦਗੀ ਵਾਲੇ ਨੇ ਕਮਾਈ ਵਾਲੇ ਨੇ ਉਹ ਗੱਲ ਹੀ ਨਾਮ ਦੀ ਕਰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਬੈਠ ਕੇ ਗੁਰਮੁਖੋ ਇੱਕੋ ਹੀ ਵਪਾਰ ਕਰ ਰਹੇ ਆ ਆ ਕਿੰਨੇ ਟਾਈਮ ਤੋਂ ਸੁਣ ਰਹੇ ਆ ਇਹ ਸੁਣੇ ਦਾ ਫਾਇਦਾ ਤਾਂ ਹੀ ਹੈ ਭਾਵੇਂ ਰੋਜ਼ ਸੁਣਦੇ ਰਹੀਏ ਸਾਲ ਸੁਣਦੇ ਰਹੀਏ 2 ਸਾਲ ਸੁਣਦੇ ਰਹੀਏ ਗੱਲ ਤਾਂ ਬਣੂਗੀ ਜੇ ਮਨ ਵਿੱਚ ਉਸ ਚੀਜ਼ ਦੀ ਥਾਂ ਬਣ ਜਾਏ ਜਿਵੇਂ ਪੁਰਾਣੇ ਸਮੇਂ 'ਚ ਪੁਰਾਤਨ ਸਮੇਂ 'ਚ ਖੂਹ ਚੱਲਦੇ ਸੀ ਨਾ ਹੁਣ ਤੇ ਆਪਾਂ ਨੂੰ ਪਤਾ ਨਹੀਂ ਵੀ ਖੂਹ ਕਿੱਦਾਂ ਬਜ਼ੁਰਗ ਚਲਾਉਂਦੇ ਹੁੰਦੇ ਸੀ ਤੇ ਖੂਹ ਦੇ ਉੱਪਰ ਲੱਜ ਘੁੰਮਦੀ ਹੁੰਦੀ ਸੀ ਲੱਜ ਜਦੋਂ ਜਲ ਕੱਢਣਾ ਪਾਣੀ ਕੱਢਣਾ ਖੂਹ ਚੋਂ ਤੇ ਲੱਜ ਘੁੰਮਦੀ ਸੀ ਉੱਪਰ ਲੱਜ ਨੇ ਘੁੰਮਦੀ ਰਹਿਣਾ ਇੱਕ ਦਿਨ ਲੋਹੇ ਵਿੱਚ ਵੀ ਲੱਜ ਦੀ ਛਾਪ ਪੈ ਜਾਂਦੀ ਸੀ ਪਿਆਰੇ ਘਾਸਾ ਪੈ ਜਾਂਦਾ ਸੀ ਲੱਜ ਵਿੱਚ ਲੋਹਾ ਵੀ ਘਸ ਜਾਂਦਾ ਸੀ ਗੱਲ ਤੇ ਤਾਂ ਬਣਨੀ ਹੈ ਜੇ ਸਾਡਾ ਮਨ ਵੀ ਘਸ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਕੱਲਾ ਸੁਣੀ ਜਾਂਦੇ ਆ ਬਸ ਸੁਣ ਕੇ ਚਲੇ ਗਏ ਬੜਾ ਆਨੰਦ ਆਇਆ ਜੀ ਬੜਾ ਆਨੰਦ ਆਇਆ ਸਿਰ ਹਿਲਾ ਕੇ ਘਰ ਨੂੰ ਚਲੇ ਗਏ ਤੇ ਸਵੇਰ ਨੂੰ ਉਹੀ ਗੱਲ ਤੇ ਉਹੀ ਬਾਤ ਤੇ ਫਿਰ ਕੀ ਫਾਇਦਾ ਹੋਇਆ ਬੈਠਣ ਦਾ ਪਿਆਰ ਜੇ ਕੋਈ ਅਵਸਥਾ ਹੀ ਨਾ ਬਣੀ ਜੇ ਕੋਈ ਅੰਦਰੋਂ ਗੱਲ ਹੀ ਨਾ ਬਣੀ ਜੇ ਅੰਦਰੋਂ ਕਿਸੇ ਮੰਜ਼ਿਲ ਤੇ ਹੀ ਨਾ ਪਹੁੰਚੇ ਜੇ ਕੋਈ ਅਵਸਥਾ ਹੀ ਨਾ ਬਣੀ ਜੇ ਕਿਸੇ ਥਾਂ ਤੇ ਹੀ ਨਾ ਪਹੁੰਚੇ ਜੇ ਨਾਮ ਹਿਰਦੇ 'ਚ ਵਸਿਆ ਹੀ ਨਾ ਫਿਰ ਬੈਠਣ ਦਾ ਫਾਇਦਾ ਕੀ ਹੋਇਆ ਤੇ ਸਤਿਗੁਰੂ ਕਹਿੰਦੇ ਜਦੋਂ ਮਹਾਪੁਰਖਾਂ ਦੀ ਯਾਦ ਵਿੱਚ ਜਾਈਏ ਜੇ ਹੁਣ ਆਪਾਂ ਮਹਾਪੁਰਖਾਂ ਦੀ ਯਾਦ ਵਿੱਚ ਹਰੇਕ ਸਾਲ ਬਹਿਨੇ ਆ ਹਰੇਕ ਸਾਲ ਗੁਰਮੁਖ ਸਮਾਗਮ ਕਰਦੇ ਆ ਦੇਖੋ ਕਿੱਥੋਂ ਕਿੱਥੋਂ ਜੱਥੇ ਮੰਗਾਉਂਦੇ ਨੇ ਕਿੱਥੋਂ ਕਿੱਥੋਂ ਗੁਰਮੁਖ ਪਿਆਰਿਆਂ ਨੂੰ ਮੰਗਾਉਂਦੇ ਨੇ ਕਿੰਨੀ ਮਿਹਨਤ ਕਰਦੇ ਨੇ ਕਿਵੇਂ ਆ ਦੇਖੋ ਟੈਂਟ ਸਜਾਇਆ ਕਿਵੇਂ ਪੰਡਾਲ ਸਜਾਇਆ ਕਿੰਨੀ ਮਿਹਨਤ ਕੀਤੀ ਹੈ ਆਪਾਂ ਤੇ ਅੱਜ ਬੈਠੇ ਅੱਜ ਚਲੇ ਜਾਣਾ ਇੱਥੋਂ ਆ ਹੁਣ ਆਪਾਂ ਬੈਠੇ ਆ ਤੇ ਘੰਟੇ ਤੱਕ ਆਪਾਂ ਸਾਰਿਆਂ ਨੇ ਚਲੇ ਜਾਣਾ ਪਰ ਇਹ ਗੁਰਮੁਖਾਂ ਨੂੰ ਪਤਾ ਵੀ ਇਹਨਾਂ ਨੇ ਤਿਆਰੀ ਕਿਵੇਂ ਕੀਤੀ ਕਿੰਨੀ ਮਿਹਨਤ ਕੀਤੀ ਹੈ ਕਿੰਨੇ ਦਿਨਾਂ ਦੇ ਲੱਗੇ ਹੋਣਗੇ ਮਹੀਨਿਆਂ ਦੇ ਲੱਗੇ ਹੋਣਗੇ ਕਿਵੇਂ ਕਿਵੇਂ ਕੱਲੀ ਚੀਜ਼ ਸਜਾਈ ਹੋਊਗੀ ਕਿਵੇਂ ਕੱਲੀ ਚੀਜ਼ ਨੂੰ ਆਰਗੇਨਾਈਜ਼ ਕੀਤਾ ਹੋਊਗਾ ਪ੍ਰਬੰਧ ਕੀਤਾ ਹੋਊਗਾ ਤੇ ਪਿਆਰਿਓ ਪ੍ਰਬੰਧ ਕਾਦੇ ਲਈ ਕੀਤਾ ਵੀ ਕੋਈ ਨਾ ਕੋਈ ਰੂਹ ਰੱਬ ਨਾਲ ਜੁੜ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਮਹਾਪੁਰਖ ਜੁੜ ਗਏ ਨਾ ਉਹਦੇ ਕਮਾਈਆਂ ਕਰਕੇ ਚੱਲ ਗਏ ਉਹਤੇ ਕਮਾਈਆਂ ਕਰਕੇ ਸਰੀਰ ਦਾ ਉੱਲਾ ਕਰ ਗਏ ਹੁਣ ਗੱਲ ਤਾਂ ਆਪਣੀ ਹੈ ਵੀ ਆਪਾਂ ਕੀ ਕਰਨਾ ਉਹਦੇ ਕਮਾਈਆਂ ਕਰਕੇ ਸਰੀਰ ਦਾ ਉੱਲਾ ਕਰ ਗਏ ਉਹਦੇ ਆਪਣਾ ਰੋਲ ਅਦਾ ਕਰ ਗਏ ਕਮਾਈ ਕਰ ਗਏ ਬੰਦਗੀ ਕਰ ਗਏ ਇਹ ਤੇ ਆਪਾਂ ਦੇਖਣਾ ਵੀ ਆਪਾਂ ਤੁਰਨਾ ਆ ਕਿ ਉੱਥੇ ਹੀ ਖੜੇ ਰਹਿਣਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਸਾਰੀ ਜ਼ਿੰਦਗੀ ਸੁਣੀ ਜਾਂਦੇ ਰਹਿੰਦੇ ਨੇ ਤੇ ਪੁੱਛ ਕੇ ਦੇਖ ਲਓ ਵੀ ਕੋਈ ਅਵਸਥਾ ਬਣੀ ਕੋਈ ਆਨੰਦ ਆਉਣ ਲੱਗਾ ਤੇ ਸੱਚ ਜਾਣਿਓ ਪਿਆਰਿਓ ਸੱਚੀ ਅਵਸਥਾ ਤੇ ਇਹੀ ਹੈ ਉਤੋਂ ਭਾਵੇਂ ਆਪਾਂ ਕੁਝ ਕਰੀ ਜਾਈਏ ਸੱਚੀ ਅਵਸਥਾ ਤੇ ਇਹੀ ਹੈ ਵੀ ਸਵੇਰੇ ਬੈਠਦੇ ਆ 5 ਮਿੰਟ ਮਨ ਨਹੀਂ ਜੁੜਦਾ 5 ਮਿੰਟ ਐਵੇਂ ਲੱਖ ਕੋਈ ਸ਼ੇਖੀਆਂ ਮਾਰੀ ਜਾਏ
ਲੱਖ ਕੋਈ ਕਹੀ ਜਾਏ, ਲੱਖ ਗੱਲਾਂ ਕੋਈ ਕਰੀ ਜਾਏ, ਗੱਲਾਂ ਨਾਲ ਸਤਿਗੁਰ ਖੁਸ਼ ਨਹੀਂ ਹੁੰਦੇ। ਸਤਿਗੁਰ ਤੇ ਅੰਦਰੋਂ ਦੇਖਦੇ ਨੇ ਵੀ ਅੰਦਰੋਂ ਬਸ ਥੱਕ ਗਏ, ਅੰਦਰੋਂ ਪ੍ਰੇਮ ਕਿੰਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਦੇਖਦੇ ਨੇ, ਅੰਦਰਲੀ ਦ੍ਰਿਸ਼ਟੀ ਨਾਲ ਦੇਖਦੇ ਨੇ ਵੀ ਅੰਦਰੋਂ ਕਿਹੋ ਜਿਹਾ। ਉੱਤੋਂ ਨਹੀਂ ਦੇਖਦੇ ਬਾਹਰੋਂ ਜਿੱਦਾਂ ਦਾ ਮਰਜ਼ੀ ਹੋਵੇ, ਕੱਪੜੇ ਜਿੱਦਾਂ ਦੇ ਮਰਜ਼ੀ ਪਾਏ ਹੋਣ, ਗਰੀਬ ਹੋਵੇ ਅਮੀਰ ਹੋਵੇ, ਬਾਹਰਲੀ ਗਰੀਬੀ ਨਹੀਂ ਸਤਿਗੁਰੂ ਦੇਖਦੇ, ਬਾਹਰਲੀ ਅਮੀਰੀ ਨਹੀਂ ਸਤਿਗੁਰੂ ਦੇਖਦੇ। ਬਾਹਰ ਸੁਗੰਧੀਆਂ ਲਾਈਆਂ ਹੋਣ, ਪਰਫਿਊਮ ਲਾਏ ਹੋਣ, ਉਹ ਨਹੀਂ ਸਤਿਗੁਰੂ ਦੇਖਦੇ। ਸਤਿਗੁਰੂ ਦੇਖਦੇ ਨੇ ਵੀ ਅੰਦਰੋਂ ਕਿੰਨਾ ਕੁ ਅਮੀਰ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਪਰੋਂ ਉੱਪਰੋਂ ਕੱਪੜੇ ਅਮੀਰੀ ਵਾਲੇ ਪਾਏ ਹੋਣ, ਅਮੀਰ ਹੋਵੇ, ਸਤਿਗੁਰੂ ਇਹ ਨਹੀਂ ਦੇਖਦੇ ਵੀ ਕਿੰਨਾ ਕੁ ਅਮੀਰ ਹੈ, ਪੈਸੇ ਕਿੰਨੇ ਨੇ। ਸਤਿਗੁਰੂ ਦੇਖਦੇ ਨੇ ਵੀ ਅੰਦਰੋਂ ਕਿੰਨਾ ਕੁ ਅਮੀਰ ਹੈ। ਤੇ ਜਿਹੜੇ ਅੰਦਰੋਂ ਅਮੀਰ ਹੁੰਦੇ ਨੇ ਨਾ ਪਿਆਰਿਓ, ਦੇਖਣ ਨੂੰ ਤਾਂ ਆਪਾਂ ਅਮੀਰ ਲੱਗਦੇ ਆ, ਪਰ ਜਦੋਂ ਕੋਲੇ ਬੈਠੀ ਤਾਂ ਆਪਣੇ ਵਰਗਾ ਤਾਂ ਗਰੀਬ ਹੀ ਕੋਈ ਨਹੀਂ। ਦੇਖਣ ਨੂੰ ਬੜੇ ਅਮੀਰ ਲੱਗਦੇ ਆ, ਤੇ ਜੇ ਅਮੀਰ ਅੰਦਰੋਂ ਹੋਈਏ ਨਾ ਪਿਆਰਿਓ, ਕਿਸੇ ਦਾ ਔਗਣ ਢੱਕੀਏ ਉਛਾਲੀਏ ਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਨੂੰ ਤਾਂ ਕਿਸੇ ਦਾ ਔਗਣ ਪਤਾ ਲੱਗ ਜੇ, ਜਿੰਨਾ ਚਿਰ ਸਾਰੇ ਪਿੰਡ 'ਚ ਨਹੀਂ ਛੱਜ 'ਚ ਪਾ ਕੇ ਛੱਡਦੇ, ਉਹਨਾਂ ਚਿਰ ਟੇਕ ਨਹੀਂ ਆਉਂਦੀ। ਆਪਾਂ ਅੰਦਰੋਂ ਗਰੀਬ ਆ, ਆਪਾਂ ਅੰਦਰੋਂ ਬਹੁਤ ਥੱਲੇ ਆ, ਬਹੁਤ ਗਿਰੇ ਹੋਏ ਆ। ਕਿਸੇ ਦਾ ਔਗਣ ਪਤਾ ਲੱਗ ਜੇ ਤੇ ਕਿਤੇ ਗੁਰਮੁਖੋਂ ਢੱਕਿਆ ਪੜਦਾ ਵੀ ਪੜਦਾ ਢੱਕ ਦੇ। ਇਹ ਕੌਣ ਢੱਕਦਾ? ਜੇ ਸੰਗਤ ਵਿੱਚ ਬੈਠੇ ਆ ਤੇ ਬੈਠ ਕੇ ਭਾਵੇਂ 12 ਵੱਜ ਜਾਣ, 1 ਵੱਜ ਜਾਣ, ਕੌਣ ਬੈਠ ਕੇ ਸਤਿਕਾਰ ਕਰਦਾ, ਕੌਣ ਬੈਠ ਕੇ ਸੁਣਦਾ? ਜਿਹੜਾ ਅੰਦਰੋਂ ਸਤਿਗੁਰੂ ਨੇ ਅਮੀਰ ਕੀਤਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹਦੇ ਅੰਦਰ ਅਮੀਰੀ ਹੈ, ਉਹ ਕਹਿੰਦੇ ਕੋਈ ਗੱਲ ਨਹੀਂ, ਸੌਣਾ ਹੀ ਹੈ ਸਾਰੀ ਉਮਰ। ਅੱਗੇ ਵੀ ਸੌਂ ਕੇ ਉਮਰ ਲੰਘਾਈ ਦਿੱਤੀ ਹੈ, ਪਤਾ ਨਹੀਂ ਕਿੰਨੇ ਕੁ ਸਾਲ ਸੌਂ ਕੇ ਲੰਘਾਤੇ, ਪਤਾ ਨਹੀਂ ਕਿੰਨੀ ਕੁ ਉਮਰ ਲੰਘੀ ਸੁੱਤੇ ਸੁੱਤਿਆਂ ਦੀ, ਪਤਾ ਨਹੀਂ ਕਿੰਨੇ ਕੁ ਸਾਲ ਸੁੱਤੇ ਸੁੱਤਿਆਂ ਦੇ ਲੰਘੇ। ਅੱਜ ਸਤਿਗੁਰ ਨੇ ਸਮਾਂ ਬਖਸ਼ਿਆ, ਅੱਜ ਜਾਗ ਕੇ ਗੁਰੂ ਨਾਲ ਗੱਲਾਂ ਕਰ ਲਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਗੁਰੂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ। ਆ ਹੁਣ ਸਾਖੀਆਂ ਸੁਣ ਰਹੇ ਸੀ ਆਪਾਂ, ਦੇਵੀ ਚੰਦ ਦੀ ਸਾਖੀ ਸੁਣ ਰਹੇ ਸੀ। ਜੇ ਸਾਖੀ ਸੁਣੀ ਹੈ, ਨਾਲ ਨਾਲ ਸਾਖੀ ਦੇ ਚੱਲ ਰਹੇ ਸੀ, ਪਰ ਸਾਡੀ ਅਵਸਥਾ ਕਦੋਂ ਬਣੂਗੀ ਪਿਆਰਿਓ? ਸਾਡੀ ਹਾਲਤ ਤੇ ਉਹ ਹੋਈ ਪਈ ਹੈ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨ ਲੱਗ ਗਈ ਜੋ ਬਾਂਸ ਵਜਾਈਏ। ਬਾਂਸ ਵਾਲੀ ਹਾਲਤ ਹੋਈ ਪਈ ਹੈ। ਇੱਥੇ ਗੱਲ ਸੁਣੀ ਹੈ, ਆ ਪੰਡਾਲ ਚੋਂ ਬਾਹਰ ਜਾਂਦਿਆਂ ਨੂੰ ਚੇਤਾ ਨਹੀਂ ਰਹਿਣਾ ਵੀ ਕੀ ਕੀਤਾ। ਪੁੱਛ ਕੇ ਦੇਖ ਲਿਓ ਕੱਲ ਨੂੰ ਵੀ ਕੀ ਸੁਣਾਇਆ, ਰੰਗੀਲਾ ਸਾਹਿਬ ਨੇ ਕੀ ਸੁਣਾਇਆ, ਪਹਿਲਾਂ ਜੱਥਾ ਆਇਆ ਹੋ ਉਹਨਾਂ ਨੇ ਕੀ ਸੁਣਾਇਆ। ਕਈਆਂ ਨੂੰ ਤਾਂ ਕੱਲ ਨੂੰ ਹੀ ਨਹੀਂ ਚੇਤਾ ਰਹਿਣਾ। ਪੰਡਾਲ ਤੋਂ ਬਾਹਰ ਜਾ ਕੇ ਉਹੀ ਗੱਲਾਂ, ਉਹੀ ਬਾਤਾਂ, ਉਹੀ ਅਵਸਥਾ। ਸਤਿਗੁਰੂ ਕਹਿੰਦੇ ਜੇ ਗੁਰੂ ਚਰਨਾਂ 'ਚ ਬੈਠਾ ਨਾ, ਉੱਪਰਲੀ ਮਹਿਕ ਨੂੰ ਛੱਡ, ਅੰਦਰੋਂ ਮਹਿਕ ਅੰਦਰੋਂ। ਤੇ ਜਿਹੜੇ ਅੰਦਰੋਂ ਮਹਿਕਦੇ ਨੇ ਨਾ ਪਿਆਰਿਓ, ਆ ਫੁੱਲ ਆਪਾਂ ਰੱਖਦੇ ਆ ਸਜਾਵਟ ਵਾਸਤੇ, ਆਰਟੀਫੀਸ਼ੀਅਲ ਫੁੱਲ ਮਿਲਦੇ ਨੇ ਬਾਜ਼ਾਰਾਂ 'ਚ, ਆਪਾਂ ਖਰੀਦ ਕੇ ਫੁੱਲ ਲਿਆਉਨੇ ਆ। ਬੜੇ ਸੋਹਣੇ ਫੁੱਲ ਹੁੰਦੇ ਨੇ, ਲਿਆ ਕੇ ਘਰਾਂ 'ਚ ਗਮਲਿਆਂ 'ਚ ਸਜਾਉਨੇ ਆ। ਆਰਟੀਫੀਸ਼ੀਅਲ ਦੇਖਣ ਨੂੰ ਬੜੇ ਸੋਹਣੇ ਲੱਗਦੇ ਨੇ, ਦੇਖਣ ਵਾਲਾ ਕਹਿੰਦਾ ਬੜੇ ਸੋਹਣੇ ਫੁੱਲ ਨੇ, ਪਰ ਕੋਲੇ ਜਾ ਕੇ ਦੇਖੋ ਖੁਸ਼ਬੂ ਨਹੀਂ ਆਉਂਦੀ ਉਹਨਾਂ 'ਚ, ਕਿਉਂਕਿ ਆਰਟੀਫੀਸ਼ੀਅਲ ਹੁੰਦੇ ਨੇ, ਰਬੜ ਦੇ ਹੁੰਦੇ ਨੇ ਬਣੇ, ਮਟੀਰੀਅਲ ਦੇ ਬਣੇ ਹੁੰਦੇ ਨੇ, ਵਿੱਚੋਂ ਖੁਸ਼ਬੂ ਨਹੀਂ ਆਉਂਦੀ। ਖੁਸ਼ਬੂ ਤੇ ਅਸਲੀ ਫੁੱਲਾਂ 'ਚੋਂ ਹੀ ਆਉਂਦੀ ਹੈ। ਆਖੋ ਸਤਨਾਮ ਸ਼੍ਰੀ। ਆ ਜਿਹੜੇ ਮਹਾਂਪੁਰਖਾਂ ਦੀ ਯਾਦ 'ਚ ਬੈਠੇ ਆ ਨਾ, ਇਹ ਅਸਲੀ ਫੁੱਲ ਨੇ ਗੁਰੂ ਨਾਨਕ ਘਰ ਦੇ, ਅਸਲੀ ਫੁੱਲ। ਤੇ ਪਾਤਸ਼ਾਹ ਨੇ ਸਤਿਕਾਰ ਕੀਤਾ ਬਾਣੀ ਵਿੱਚ। ਮਹਾਰਾਜ ਜੀ ਕਹਿੰਦੇ ਹਮ ਸੰਤਨ ਕੀ ਰੇਣ ਪਿਆ। ਅੱਜ ਤਾਂ ਸਾਡਾ ਕਲਯੁਗ ਦਾ ਇਹੋ ਜਿਹਾ ਸੁਭਾਅ ਬਣਿਆ ਪਿਆ, ਅੱਜ ਤਾਂ ਲੋਕ ਇਦਾਂ ਦਾ ਗੁਰਮੁਖੋਂ ਸੁਣਦੇ ਵੀ ਆਪਾਂ, ਮਗਰ ਲੱਗ ਕੇ ਕਹੀ ਵੀ ਜਾਂਦੇ ਆ। ਕਈ ਅੱਜ ਕਹਿੰਦੇ ਨੇ, ਕਹਿੰਦੇ ਸੰਤ ਤੇ ਹੁੰਦਾ ਹੀ ਨਹੀਂ ਕੋਈ, ਸੰਤ ਤੇ ਕਹਿੰਦੇ ਹੀ ਨਹੀਂ ਕਿਸੇ ਨੂੰ। ਆ ਪ੍ਰਚਾਰ, ਅੱਜ ਦਾ ਪ੍ਰਚਾਰ ਦੇਖ ਲਓ ਕੀ ਹੈ। ਆਪਾਂ ਵੀ ਉੱਥੇ ਸਿਰ ਮਾਰੀ ਜਾਂਦੇ ਬੈਠੇ, ਤੇ ਪ੍ਰਚਾਰ ਕੀ ਹੁੰਦਾ? ਕਹਿੰਦੇ ਸੰਤ ਤੇ ਹੁੰਦਾ ਹੀ ਨਹੀਂ ਕੋਈ। ਸੰਤ ਕਿਹਨੂੰ ਕਹਿੰਦੇ ਨੇ? ਸੰਤ ਤੇ ਹੋਇਆ ਹੀ ਨਹੀਂ ਕੋਈ, ਸੰਤ ਤੇ ਨਾ ਹੀ ਨਹੀਂ ਕਿਸੇ ਦਾ। ਪਰ ਮੈਂ ਬੇਨਤੀ ਕਰਦਾ ਹੁੰਦਾ ਕਈ ਵਾਰੀ, ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਸਹਿਜ ਪਾਠ ਖੁਦ ਕੀਤਾ,
ਆਪ ਕੱਲੀ ਕੱਲੀ ਗੱਲ ਨੂੰ, ਕਿਉਂਕਿ ਪੜ੍ਹਨ ਦਾ ਵੀ ਇੱਕ ਤਰੀਕਾ ਹੈ, ਲਹਿਜਾ ਹੈ। ਕਈ ਤੇ ਪੜ੍ਹਦੇ ਨੇ ਵੀ ਛੇਤੀ ਛੇਤੀ ਸਮਾਪਤੀ ਕਦੋਂ ਹੋ ਜੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਵੇਰੇ ਨਿਤਨੇਮ ਦਾ ਵੀ ਇਹੀ ਹਿਸਾਬ ਹੁੰਦਾ ਨਾ ਪਿਆਰੇ, ਵੀ ਪਤਾ ਲੱਗਦਾ ਸਵੇਰੇ ਬਹਿੰਦੇ ਆ ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਆ, ਸੁੱਤਿਆਂ ਸੁੱਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਆਨੰਦ ਸਾਹਿਬ ਆ ਜਾਂਦਾ ਹੈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਪਤਾ ਨਹੀਂ ਲੱਗਦਾ ਜਾਪ ਸਾਹਿਬ ਕਦੋਂ ਲੰਘ ਗਿਆ, ਕੋਈ ਪਤਾ ਨਹੀਂ ਲੱਗਦਾ ਚੌਪਈ ਸਾਹਿਬ ਕਦੋਂ ਲੰਘ ਗਿਆ, ਕੋਈ ਪਤਾ ਨਹੀਂ ਲੱਗਦਾ ਤਪ ਪ੍ਰਸਾਦ ਸਵਈਏ ਕਦੋਂ ਲੰਘ ਗਏ, ਕਿਉਂਕਿ ਧਿਆਨ ਨਹੀਂ ਨਾ ਟਿਕਿਆ। ਤੇ ਜੇ ਧਿਆਨ ਟਿਕ ਜੇ ਤੇ ਮੈਂ ਬੇਨਤੀ ਕਰਦਾ ਹੁੰਨਾ, ਜਿਹੜੇ ਖੁਦ ਸਹਿਜ ਪਾਠ ਕਰਦੇ ਨੇ, ਕਦੇ ਸਿੱਖਾ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਦੇਖੀ, ਅੰਦਰੋਂ ਬਾਣੀ ਪੜ੍ਹ ਕੇ ਦੇਖੀ। ਜੇ ਅੰਦਰੋਂ ਬਾਣੀ ਨੂੰ ਪੜ੍ਹ ਕੇ ਵਿਚਾਰੇਗਾ ਨਾ, ਕਦੇ ਵੀ ਇਹ ਸ਼ਬਦ ਨਹੀਂ ਕਹੇਗਾ ਵੀ ਸੰਤ ਹੁੰਦੇ ਨਹੀਂ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਦੇ ਨਹੀਂ ਕਹੇਗਾ ਸੰਤ ਨਹੀਂ ਹੁੰਦੇ। ਸੰਤ ਹੁੰਦੇ ਨੇ, ਸੰਤ ਹੋਏ ਨੇ, ਸੰਤ ਹੈਗੇ ਨੇ, ਸੰਤ ਹੋਣਗੇ ਵੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਤ ਹੋਣਗੇ ਵੀ, ਸੰਤ ਹੈਗੇ ਵੀ ਨੇ, ਸੰਤ ਹੋਏ ਵੀ ਨੇ। ਉਹ ਸਤਿਗੁਰ ਤੇ ਬਾਜਾਂ ਮਾਰਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਆ ਜਿੰਨੇ ਆਪਾਂ ਹੁਣ ਜੁੜ ਕੇ ਬੈਠੇ ਆ, ਇੱਕ ਸੰਤਾਂ ਦੇ ਕਰਕੇ ਹੀ ਬੈਠੇ ਆ ਨਾ ਪਿਆਰੇ। ਆ ਹਰੇਕ ਸਾਲ ਹੁਣ ਮੈਨੂੰ ਹੀ ਦੇਖੋ ਤਕਰੀਬਨ 4-5 ਸਾਲ ਤੁਹਾਡੇ ਦਰਸ਼ਨ ਕਰਦਿਆਂ ਨੂੰ ਹੋ ਗਏ। ਜੇ ਹਰੇਕ ਸਾਲ ਆਪਾਂ ਇੱਥੇ ਜੁੜਦੇ ਆ, ਆ ਪੰਡਾਲ ਸਜਾਉਂਦੇ ਆ, ਇੱਕ ਸੰਤਾਂ ਦੀ ਯਾਦ ਵਿੱਚ ਹੀ ਸਜਾਉਂਦੇ ਆ ਨਾ। ਦੇਖੋ ਸੰਤ ਸਰੀਰ ਕਰਕੇ ਤਾਂ ਭਾਵੇਂ ਕਦੋਂ ਦੇ ਗਏ ਹੋਣਗੇ, ਪਰ ਹਰੇਕ ਸਾਲ ਆਪਾਂ ਕਿੰਨਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੰਦੇ ਨੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਰੀਰ ਕਰਕੇ ਤੇ ਭਾਵੇਂ ਕਿੰਨੇ ਚਿਰ ਦੇ ਗਏ ਹੋਣਗੇ, ਆ ਹਰੇਕ ਸਾਲ ਆਪਾਂ ਨੂੰ ਕਿੰਨਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ। ਉਹ ਸਾਧੂ ਦੇ ਸਰੀਰ ਕਰਕੇ ਚਲੇ ਜਾਂਦੇ ਨੇ, ਫੇਰ ਵੀ ਜੋੜੀ ਜਾਂਦੇ ਨੇ। ਆਪਾਂ ਸਰੀਰ ਵਿੱਚ ਰਹਿੰਦੇ ਤੋੜੀ ਜਾਂਦੇ ਆ ਲੋਕਾਂ ਨੂੰ। ਆਪਣਾ ਹਾਲ ਦੇਖੋ ਕੀ ਹੈ, ਉਹ ਤੇ ਸਰੀਰ ਕਰਕੇ ਚਲੇ ਗਏ, ਫੇਰ ਵੀ ਜੋੜੀ ਜਾਂਦੇ ਨੇ। ਆਪਾਂ ਸਰੀਰ ਕਰਕੇ ਹੈਗੇ, ਆਪਾਂ ਫੇਰ ਵੀ ਦੁਨੀਆ ਨੂੰ ਤੋੜੀ ਜਾਂਦੇ ਪਿਆਰੇ। ਤੇ ਸਤਿਗੁਰੂ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਜਿਹੜੇ ਅੰਦਰੋਂ ਸ਼ਰਸ਼ਾਰ ਹੁੰਦੇ ਨੇ, ਜਿਹੜੇ ਅੰਦਰੋਂ ਰੰਗੇ ਹੋਏ ਹੁੰਦੇ ਨੇ, ਕਿੱਥੇ ਨਹੀਂ ਗੁਰੂ ਸਾਹਿਬ ਨੇ ਉਹਨਾਂ ਦਾ ਸਤਿਕਾਰ ਕੀਤਾ। ਜਿੱਥੋਂ ਮਰਜ਼ੀ ਬਾਣੀ ਪੜ੍ਹ ਕੇ ਦੇਖ ਲਓ। ਮੈਨੂੰ ਇੱਕ ਗੁਰਮੁਖ ਨੇ ਆਖਿਆ, ਕਹਿੰਦੇ ਜੀ ਸੰਤ ਸ਼ਬਦ ਤਾਂ ਸੰਗਤ ਨੂੰ ਲਿਖਿਆ ਹੋਇਆ। ਮੈਂ ਕਿਹਾ ਗੁਰਮੁਖਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਹੈ, ਸਤਿਗੁਰੂ ਕਹਿੰਦੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਕਸ਼ ਨਖੋਂ ਬਦਾਰੇ। ਮੈਂ ਕਿਹਾ ਬੇਨਤੀ ਕਰਕੇ ਤੈਨੂੰ ਪੁੱਛਦਾ ਆ, ਇੱਥੇ ਦੱਸੇਗਾ ਵੀ ਸੰਤ ਕਿਹਨੂੰ ਲਿਖਿਆ ਆ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਸੰਤ ਕਿਹਨੂੰ ਲਿਖਿਆ? ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਜਿਹੜਾ ਪ੍ਰਹਿਲਾਦ ਹੋਇਆ, ਗੁਰੂ ਸਾਹਿਬ ਕਹਿੰਦੇ ਉਹ ਰੱਬ ਦਾ ਸੰਤ ਹੋਇਆ। ਸੰਤ ਪ੍ਰਹਿਲਾਦ ਹੋਇਆ ਜਿਹਦੀ ਪੈਜ ਵਾਹਿਗੁਰੂ ਨੇ ਰੱਖੀ ਹੈ, ਜਿਹਦੀ ਪੈਜ ਅਕਾਲ ਪੁਰਖ ਨੇ ਰੱਖੀ ਹੈ। ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਨਾ ਪਿਆਰਿਓ, ਜਿਹੜੇ ਅੰਦਰੋਂ ਮਹਿਕੇ ਹੋਏ ਹੁੰਦੇ ਨੇ, ਅੰਦਰੋਂ ਮਹਿਕ ਨਾਲ ਸ਼ਰਸ਼ਾਰ ਹੁੰਦੇ ਨੇ, ਨਾਮ ਜਪਣ ਵਾਲੇ ਹੁੰਦੇ ਨੇ, ਉਹ ਰੌਲਾ ਨਹੀਂ ਪਾ ਕੇ ਦੱਸਦੇ ਵੀ ਅਸੀਂ ਜਪਦੇ ਆ, ਅਸੀਂ ਬਹਿੰਦੇ ਆ। ਉਹਦੇ ਬਾਬਾ ਫਰੀਦ ਸਾਹਿਬ ਕਹਿੰਦੇ ਸਬਰ ਅੰਦਰ ਸਾਬਰੀ, ਤਨ ਏਵੇਂ ਜਲੇਣ, ਹੋਣ ਨਜੀਕ ਖੁਦਾਈ ਦੇ ਭੇਤ ਨਾ ਕਿਸੇ ਦੇ। ਉਹ ਭੇਤ ਨਹੀਂ ਦਿੰਦੇ, ਰੌਲਾ ਨਹੀਂ ਪਾਉਂਦੇ। ਸਾਡੇ ਵਾਂਗੂ ਨਹੀਂ ਰੌਲਾ ਪਾਉਂਦੇ। ਅਸੀਂ ਤਾਂ ਪਹਿਲੀ ਗੱਲ ਪਾਠ ਕਰਨਾ ਨਹੀਂ, ਜੇ ਕਿਤੇ ਕਰ ਵੀ ਲਿਆ ਤੇ ਫਿਰ ਲੋਕਾਂ ਨੂੰ ਪੁੱਛਦੇ ਫਿਰਦੇ ਆ ਵੀ ਮੇਰੇ ਮੂੰਹ ਤੇ ਤੇਜ ਆ ਗਿਆ ਪਾਠ ਕਰਨ ਨਾਲ, ਪ੍ਰਕਾਸ਼ ਆ ਗਿਆ ਮੂੰਹ। ਸਾਨੂੰ ਤਾਂ ਇਹ ਹੁੰਦਾ ਨਾ ਪਿਆਰੋ ਵੀ ਲੋਕ ਕਹਿਣ ਵੀ ਪਾਠ ਕਰਦਾ ਹੈ, ਪਰ ਜਿਹੜੇ ਗੁਰੂ ਨਾਲ ਜੁੜੇ ਨੇ ਉਹ ਭੇਤ ਨਹੀਂ ਦੱਸਦੇ, ਉਹ ਰੌਲਾ ਨਹੀਂ ਪਾਉਂਦੇ, ਉਹ ਤੇ ਆਪ ਆਨੰਦ ਲੈਂਦੇ ਨੇ। ਤੇ ਸਤਿਗੁਰੂ ਕਹਿੰਦੇ ਜਿਹੜੇ ਅੰਦਰੋਂ ਮਹਿਕੇ ਹੋਏ ਹੁੰਦੇ ਨੇ, ਉਹਨਾਂ ਦੀ ਡਿਊਟੀ ਹੁੰਦੀ ਹੈ ਪਿਆਰੇ। ਸਤਿਗੁਰੂ ਨੇ ਇਹ ਨਹੀਂ ਆਖਿਆ ਵੀ ਜੋੜਨ ਵਾਸਤੇ ਕੋਈ ਅਮੀਰ ਚਾਹੀਦਾ ਹੈ, ਜੋੜਨ ਵਾਸਤੇ ਕੋਈ ਮਾਇਆਧਾਰੀ ਚਾਹੀਦਾ ਹੈ, ਜੋੜਨ ਵਾਸਤੇ ਕੋਈ ਲੀਡਰ ਚਾਹੀਦਾ ਹੈ, ਜੋੜਨ ਵਾਸਤੇ ਕੋਈ ਵਿਦਵਾਨ, ਕੋਈ ਪੜ੍ਹਿਆ ਲਿਖਿਆ ਚਾਹੀਦਾ ਹੈ। ਸਤਿਗੁਰੂ ਕਹਿੰਦੇ ਜੋੜਨ ਹਾਰੋ ਸੰਤ। ਰੱਬ ਦੇ ਪਿਆਰੇ ਜਿਨ੍ਹਾਂ ਦੀ ਡਿਊਟੀ ਹੈ ਟੁੱਟੀਆਂ ਰੂਹਾਂ ਨੂੰ ਸਾਧੂ ਬਾਣੀ ਨਾਲ ਜੋੜਦੇ, ਟੁੱਟੀਆਂ ਰੂਹਾਂ ਨੂੰ ਸਾਧੂ ਬਾਣੀ ਨਾਲ ਜੋੜਦੇ।
ਟੁੱਟੀਆਂ ਰੂਹਾਂ ਨੂੰ ਸਾਧੂ ਬਾਣੀ ਨਾਲ ਜੋੜ ਦੇ 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 ਉਹ ਬਾਣੀ ਨਾਲ ਜੋੜ ਦੇ 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 ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਖਿੜਕਾ ਖਿੜਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਖਿੜਕਾ ਖਿੜਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਦੁਨੀਆ ਨੂੰ ਤਾਰੀ ਜਾਂਦੇ ਤਾਰੀ ਜਾਂਦੇ ਖਿੜਕਾ ਖਿੜਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਖਿੜਕਾ ਖਿੜਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਸਾਧੂ ਦੁਨੀਆ ਨੂੰ ਤਾਰੀ ਜਾਂਦੇ ਨੇ ਕਿਰਕਾ ਕਿਰਕਾ ਦੇ ਕੇ ਨਾਮ ਦਾ ਮਹਾਰਾਜ ਕਹਿੰਦੇ ਕਿਣਕਾ ਏਕ ਜਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਕਿਤੇ ਨਾਮ ਦਾ ਇੱਕ ਕਿਣਕਾ ਬੰਦਗੀ ਦਾ ਇੱਕ ਕਿਣਕਾ ਹਿਰਦੇ 'ਚ ਵਸ ਜੇ ਪਿਆਰਿਓ ਆਪਾਂ ਜਿੰਨਾ ਮਰਜ਼ੀ ਰੋਕ ਲਈਏ ਅੱਜ ਨਿੰਦਿਆ ਕਰਨ ਵਾਲੇ ਬਥੇਰੇ ਨੇ ਕੋਈ ਕਮੀ ਨਹੀਂ ਨਿੰਦਿਆ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਬੋਲਣ ਵਾਲਿਆਂ ਦੀ ਪਰ ਕਿਸੇ ਕੋਨੇ 'ਚ ਚਲੇ ਜਾਓ ਰਿਐਲਿਟੀ ਇਹ ਹੈ ਅਸਲੀਅਤ ਇਹ ਹੈ ਉਦਾਂ ਆਪਾਂ ਦੇਖੀ ਜਾਂਦੇ ਹਾਂ ਜਿਹੋ ਜਿਹਾ ਆਪਾਂ ਨੂੰ ਕਿਉਂਕਿ ਆਪਣਾ ਸੁਭਾਅ ਹੈ ਜਿੱਦਾਂ ਦੇ ਦੇਖ ਲਿਆ ਜਿੱਦਾਂ ਦਾ ਸੁਣ ਲਿਆ ਉਹੋ ਜਿਹੇ ਹੋ ਗਏ ਪਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪਾਂ ਬੈਠੇ ਆ ਰਿਐਲਿਟੀ ਇਹ ਹੈ ਅਸਲੀਅਤ ਇਹ ਹੈ ਇੰਡੀਆ ਦੇ ਕੀ ਵਰਲਡ ਦੇ ਕਿਸੇ ਕੋਨੇ 'ਚ ਚਲੇ ਜਾਓ ਅੱਜ ਦੀਵਾਨ ਸੀ ਸਾਡਾ ਉਧਰ ਕੋਟਕਪੂਰਾ ਸਾਈਡ ਮੈਂ ਉੱਥੇ ਵੀ ਬੇਨਤੀ ਕੀਤੀ ਸੀ ਤੁਸੀਂ ਵਰਲਡ ਦੇ ਮੈਂ ਤੁਹਾਨੂੰ ਇਹ ਚੈਲੰਜ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਸੀਂ ਵਰਲਡ ਦੇ ਕਿਸੇ ਕੋਨੇ 'ਚ ਚਲੇ ਜਾਓ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਨੇ ਰੱਬ ਦੇ ਪਿਆਰਿਆਂ ਦਾ ਕੋਨੇ ਕੋਨੇ 'ਚ ਨਾਮ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੋਨੇ ਕੋਨੇ 'ਚ ਨਾਮ ਹੈ ਮੈਂ ਹੈਰਾਨ ਹੁੰਦਾ ਕਈ ਵਾਰੀ ਜਦੋਂ ਰੱਬ ਦੇ ਪਿਆਰਿਆਂ ਦੀ ਗੱਲ ਕੋਈ ਨਾਮ ਜਪਣ ਵਾਲਿਆਂ ਦੀ ਕੋਈ ਬੰਦਗੀ ਕਰਨ ਵਾਲਿਆਂ ਦੀ ਜਦੋਂ ਉਹਨਾਂ ਦੀ ਅਵਸਥਾ ਦੇਖੀਦੀ ਆ ਜਦੋਂ ਉਹਨਾਂ ਦਾ ਜੀਵਨ ਦੇਖੀਦਾ ਪਿਆਰੇ ਉਹਨਾਂ ਨੂੰ ਬੋਲਣਾ ਵੀ ਨਹੀਂ ਪੈਂਦਾ ਉਹਨਾਂ ਦਾ ਜੀਵਨ ਦੇਖ ਕੇ ਹੀ ਗੁਰਮੁਖ ਜੁੜ ਜਾਂਦੇ
ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ, ਗੁਰੂ ਦੇ ਨੇੜੇ ਹੁੰਦੇ ਨੇ, ਉਹਨਾਂ ਦਾ ਜੀਵਨ ਹੀ ਇਹੋ ਜਿਹਾ ਹੁੰਦਾ ਹੈ। ਉਹਨਾਂ ਦਾ ਜੀਵਨ ਦੇਖ ਕੇ ਪਤਾ ਨਹੀਂ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੇ, ਕਿਉਂਕਿ ਰੱਬ ਦੇ ਪਿਆਰਿਆਂ ਦੀ ਡਿਊਟੀ ਹੈ। ਪਾਤਸ਼ਾਹ ਕਹਿੰਦੇ ਕਿਨ ਹੀ ਬਣ ਗਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਬਣ ਗਿਆ ਨਾਮ ਮੁਗਨ। ਮਹਾਂਪੁਰਖਾਂ ਨੇ ਨਾਮ ਜਪਿਆ, ਨਾਮ ਜਪਾਇਆ। ਅੱਜ ਆ ਦੇਖੋ ਆਪਾਂ ਕਿੰਨੇ ਯਾਦ ਕਰੀ ਜਾਂਦੇ ਉਹਨਾਂ, ਕਦੋਂ ਦੇ ਬੈਠੇ ਉਹਨਾਂ ਦਾ ਨਾਮ ਕਿੰਨੇ ਵਾਰੀ ਲਿਆ, ਕਿੰਨੇ ਵਾਰੀ ਉਹਨਾਂ ਦਾ ਨਾਮ ਸਟੇਜ ਉੱਤੇ ਜਪਿਆ। ਅਸਕਤਰ ਸਾਹਿਬ ਮਹਾਂਪੁਰਖਾਂ ਦੀਆਂ ਯਾਦਾਂ ਵਿੱਚ ਬੋਲਦੇ ਸੀ ਤੇ ਕਿਵੇਂ ਉਹਨਾਂ ਦੀ ਯਾਦ ਸਾਡੇ ਹਿਰਦੇ ਵਿੱਚ ਆਉਂਦੀ ਹੈ ਪਿਆਰਿਓ। ਜਿਹੜੇ ਗੁਰੂ ਦੇ ਨਾਲ ਜੁੜ ਕੇ ਅੰਦਰੋਂ ਬੈਠੇ ਨੇ ਤੇ ਪਿਆਰਿਓ, ਜਦੋਂ ਸਤਿਗੁਰ ਦੀ ਯਾਦ ਵਿੱਚ ਬਹਿੰਦੇ ਨੇ ਨਾ, ਆਪਣਾ ਧਿਆਨ ਕਿਉਂ ਨਹੀਂ ਟਿਕਦਾ? ਆਪਾਂ ਵੀ ਤਾਂ ਬਹਿਨੇ, ਆਪਣੀ ਸਮਾਧੀ ਕਿਉਂ ਨਹੀਂ ਲੱਗਦੀ? ਆਪਾਂ ਸ਼ੁਰੂ ਵਿੱਚ ਇਹੀ ਧਾਰਨਾ ਪੜ੍ਹੀ ਹੈ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ। ਆਪਾਂ ਵੀ ਤੇ ਬਹਿਨੇ ਹੀ ਆ, ਆਪਣੀ ਸਮਾਧੀ ਕਿਉਂ ਨਹੀਂ ਲੱਗਦੀ? ਆਪਣਾ ਧਿਆਨ ਕਿਉਂ ਨਹੀਂ ਟਿਕਦਾ? ਹੱਥ ਵਿੱਚ ਪੋਥੀ ਹੁੰਦੀ ਹੈ, ਧਿਆਨ ਕਿਤੇ ਹੋਰ ਹੀ ਫਿਰਦਾ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੀ ਹਾਲਤ ਇਹ ਹੈ, ਹੱਥ ਵਿੱਚ ਪੋਥੀ ਹੁੰਦੀ ਹੈ, ਆਪਾਂ ਇੰਨੇ ਸਰੀਰ ਬੈਠੇ ਆ, ਮੈਂ ਵੀ ਤੁਹਾਡੇ ਵਿੱਚ ਹੀ ਆ। ਸੱਚੋ ਸੱਚ ਦੱਸਿਓ ਵੀ ਕਦੇ ਧਿਆਨ ਟਿਕਿਆ ਇੱਕ ਮਿੰਟ? ਕਦੇ ਨਿਤਨੇਮ ਕਰਦਿਆਂ ਨੂੰ ਦੀਦਾਰ ਹੋਏ? ਕਦੇ ਸਵੇਰੇ ਪਾਠ ਕਰਦਿਆਂ ਦਾ ਮਨ ਸ਼ਾਂਤ ਹੋਇਆ? ਕਦੇ ਅੰਮ੍ਰਿਤ ਦੀ ਪ੍ਰਾਪਤੀ ਹੋਈ ਹੈ? ਕਦੇ ਗੁਰੂ ਸਾਹਿਬ ਦੇ ਦੀਦਾਰ ਹੋਏ ਨੇ? ਕਦੇ ਵਾਸਤਾ ਬਣੀ ਹੈ? ਕਦੇ ਆਨੰਦ ਆਇਆ? ਆਪਾਂ ਤਾਂ ਸਵਾਲ ਹੀ ਇਹ ਪੁੱਛਦੇ ਆ ਜੀ, ਪਾਠ ਕਰਦਿਆਂ ਮਨ ਨਹੀਂ ਜੁੜਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਠ ਕਰਦਿਆਂ ਮਨ ਨਹੀਂ ਜੁੜਦਾ, ਬਾਣੀ ਪੜ੍ਹਦਿਆਂ ਮਨ ਨਹੀਂ ਜੁੜਦਾ, ਨਿਤਨੇਮ ਕਰਦਿਆਂ ਮਨ ਨਹੀਂ ਜੁੜਦਾ। ਕਦੇ ਪੁੱਛਿਆ ਆਪਣੇ ਮਨ ਤੋਂ ਵੀ ਮਨ ਕਿੱਥੇ ਹੈ? ਕਿਉਂ ਨਹੀਂ ਮਨ ਜੁੜਦਾ? ਕਿਉਂ ਨਹੀਂ ਮਨ ਲੱਗਦਾ? ਸਤਿਗੁਰੂ ਤੇ ਬਾਰ-ਬਾਰ ਸਮਝਾਉਂਦੇ ਨੇ, ਸਤਿਗੁਰੂ ਤੇ ਬਾਰ-ਬਾਰ ਸਾਨੂੰ ਉਪਦੇਸ਼ ਕਰਦੇ ਨੇ, ਫਿਰ ਮਨ ਕਿਉਂ ਨਹੀਂ ਜੁੜਦਾ? ਭਾਈ ਗੁਰਦਾਸ ਜੀ ਤੋਂ ਪੁੱਛੀ, ਭਾਈ ਗੁਰਦਾਸ ਜੀ ਤੋਂ, ਗੁਰੂ ਘਰ ਦੇ ਵੇਦ ਵਿਆਸ ਨੇ ਭਾਈ ਗੁਰਦਾਸ ਜੀ, ਤੇ ਪੁੱਛੀਏ ਭਾਈ ਸਾਹਿਬ ਮਨ ਕਿਉਂ ਨਹੀਂ ਜੁੜਦਾ, ਮਨ ਕਿਉਂ ਨਹੀਂ ਲੱਗਦਾ? ਭਾਈ ਸਾਹਿਬ ਨੇ ਪਹਿਲਾਂ ਗੱਲ ਕੀਤੀ ਅੱਖਾਂ ਦੀ। ਆ ਸਾਡੀਆਂ ਅੱਖਾਂ ਜਿਨ੍ਹਾਂ ਨਾਲ ਦੇਖਦੇ ਆ, ਜਿਨ੍ਹਾਂ ਨਾਲ ਦੀਦਾਰ ਕਰਦੇ ਆ, ਤੇ ਜੇ ਗੁਰੂ ਦੇ ਦਰਸ਼ਨ ਕਰਦੇ ਉਹ ਵੀ ਅੱਖਾਂ ਦੇ ਨਾਲ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਦੇਖ ਕਿੱਥੇ ਰਹਿੰਦੀ? ਕਹਿੰਦੇ ਅੱਖੀ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਕਦੇ ਇਹਨਾਂ ਅੱਖਾਂ 'ਚ ਪਿਆਸ ਆਈ ਹੈ? ਕਦੇ ਧੰਨ ਬਾਬਾ ਫਰੀਦ ਸਾਹਿਬ ਵਾਂਗੂ ਮਨ ਵਿੱਚ ਪਿਆਸ ਆਈ ਹੈ, ਅੱਖਾਂ ਵਿੱਚ ਪਿਆਸ ਆਈ ਹੈ? ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਆਪਣੀਆਂ ਅੱਖਾਂ ਤੋਂ ਸਵਾਲ ਪੁੱਛਿਓ, ਕੁਐਸਚਨ ਪੁੱਛਿਓ, ਕਦੇ ਇਹਨਾਂ ਅੱਖਾਂ ਦੇ ਵਿੱਚ ਪਿਆਸ ਆਈ ਹੈ ਵੀ ਗੁਰੂ ਦੇ ਦੀਦਾਰ ਕਰਨੇ ਨੇ? ਕੋਈ ਪੁੱਤਰਾਂ ਲਈ ਬਥੇਰਾ ਰੋਇਆ ਹੋਊਗਾ, ਕੋਈ ਧੀਆਂ ਲਈ ਬਥੇਰਾ ਰੋਇਆ ਹੋਊਗਾ, ਰਿਸ਼ਤੇਦਾਰਾਂ ਲਈ ਕੋਈ ਬਥੇਰਾ ਰੋਇਆ ਹੋਊਗਾ। ਸੱਚੋ ਸੱਚ ਆਪਣੇ ਮਨ ਤੋਂ ਪੁੱਛਿਓ, ਕਦੇ ਇੱਕ ਹੰਝੂ ਗੁਰੂ ਦੇ ਮਿਲਾਪ ਵਾਸਤੇ ਡਿੱਗਿਆ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਤੇ ਗੁਰੂ ਸਾਨੂੰ ਮਿਲ ਪੈਂਦਾ, ਕਿਤੇ ਗੁਰੂ ਦੇ ਸਾਨੂੰ ਦੀਦਾਰ ਹੋ ਜਾਂਦੇ, ਕਿਤੇ ਅੱਖਾਂ 'ਚੋਂ ਇੱਕ ਹੰਝੂ ਇਸ ਕਰਕੇ ਡਿੱਗਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਦੀਦਾਰ ਕਦੋਂ ਹੋਣਗੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਦੇ ਇਸ ਕਰਕੇ ਅੱਖਾਂ 'ਚੋਂ ਹੰਝੂ ਡਿੱਗਿਆ ਵੀ ਮੈਥੋਂ ਨਿਤਨੇਮ ਕਿਉਂ ਨਹੀਂ ਹੁੰਦਾ, ਮੈਥੋਂ ਸਵੇਰੇ ਕਿਉਂ ਨਹੀਂ ਉੱਠਿਆ ਜਾਂਦਾ, ਮੈਥੋਂ ਅੰਮ੍ਰਿਤ ਵੇਲਾ ਕਿਉਂ ਨਹੀਂ ਸਮਝਿਆ ਜਾਂਦਾ, ਮੈਥੋਂ ਬਾਣੀ ਕਿਉਂ ਨਹੀਂ ਪੜ੍ਹੀ ਜਾਂਦੀ? ਕਦੇ ਇੱਕ ਹੰਝੂ ਡਿੱਗਿਆ ਨਾ ਅੱਖਾਂ 'ਚੋਂ? ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਹੈ ਕਿੱਥੇ? ਕਦੇ ਸਵਾਲ ਤਾਂ ਪੁੱਛ। ਕਦੇ ਬੈਠ ਕੇ ਇਹ ਸਾਰਿਆਂ ਨਾਲ ਗੱਲਾਂ ਆਪਾਂ ਬਥੇਰੀਆਂ ਕਰਦੇ ਆਂ, ਉਪਦੇਸ਼ ਆਪਾਂ ਬਥੇਰਾ ਕਰਦੇ ਆਂ, ਅਸੀਂ ਵੀ ਉਪਦੇਸ਼ ਕਰਦੇ ਆਂ ਬੈਠ ਕੇ, ਦੂਜਿਆਂ ਨੂੰ ਸਮਝਾਉਣਾ ਚਾਹੁੰਦੇ ਆ। ਪਰ ਜਦੋਂ ਆਪਣੇ ਅੰਦਰ ਝਾਕੀ ਦਾ ਤੇ ਸਾਧ ਸੰਗਤ ਇੱਕ ਡੱਕਾ ਨਹੀਂ ਲੱਭਦਾ ਆਪਣੇ ਅੰਦਰ। ਦੂਜਿਆਂ ਨੂੰ ਬਥੇਰਾ ਸਮਝਾਉਣੇ, ਏਦਾਂ ਕਰਿਆ ਕਰੋ, ਆਹ ਨਿਤਨੇਮ ਕਰਿਆ ਕਰੋ, ਆਹ ਕੰਮ ਕਰਿਆ ਕਰੋ। ਆਪਣੇ ਅੰਦਰ ਦੇਖੀਏ ਤੇ ਆਪਣੇ ਪੱਲੇ ਕੁਝ ਵੀ ਨਹੀਂ ਪਿਆ। ਤੇ ਸਤਿਗੁਰੂ ਕਹਿੰਦੇ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਕਰਕਾ ਕੇ। ਜੇ ਕਹੀਏ ਵੀ ਪੈਸੇ ਬਣ ਗਏ, ਚਾਰ ਕੌਡੀਆਂ ਇਕੱਠੀਆਂ ਕਰ ਲਈਆਂ, ਮਾਇਆ ਇਕੱਠੀ ਕਰ ਲਈ,
ਕਿਤੇ ਕਿਸੇ ਦੇ ਨਾਮ ਤੇ ਮਾਇਆ ਇਕੱਠੀ ਕਰ ਲਈ, ਕਿਤੇ ਕਿਸੇ ਦੇ ਨਾਮ ਤੇ ਮਾਇਆ ਇਕੱਠੀ ਕਰ ਲਈ। ਇਹ ਮਾਇਆ ਨੇ ਸਦੀਵ ਸਾਡੇ ਕੋਲ ਨਹੀਂ ਰਹਿਣਾ ਪਿਆਰਿਓ। ਇਹ ਮਾਇਆ ਚਲੀ ਜਾਣੀ ਇੱਕ ਦਿਨ, ਤੇ ਵੱਡੇ ਵੱਡਿਆਂ ਦਾ ਸਾਥ ਛੱਡ ਗਈ, ਆਪਾਂ ਕੌਣ? ਮਾਇਆ ਨੇ ਸਦੀਵ ਨਹੀਂ ਰਹਿਣਾ। ਗੱਲ ਤੇ ਇਹ ਹੈ ਵੀ ਗੁਰੂ ਦੇ ਨੇੜੇ ਕਿਵੇਂ ਹੋਈਏ, ਸਤਿਗੁਰੂ ਨੂੰ ਕਿਵੇਂ ਪਾਈਏ, ਸਤਿਗੁਰੂ ਦੇ ਨਜ਼ਦੀਕ ਕਿਵੇਂ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਨੂੰ ਪੁੱਛ, ਇਹ ਤਾਂ ਸਾਰੀ ਦਿਹਾੜੀ ਮਾੜਾ ਦੇਖਣੋਂ ਹੀ ਨਹੀਂ ਹਟਦੀ। ਕਈ ਤਾਂ ਗੁਰੂ ਘਰ ਵਿੱਚ ਆਉਂਦੇ ਨੇ, ਸੰਗਤ ਵਿੱਚ ਆਉਂਦੇ ਨੇ, ਸੰਗਤ ਵਿੱਚ ਆ ਕੇ ਪਾਪੀ ਬਖਸ਼ੇ ਜਾਂਦੇ ਨੇ, ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਜਿਹੜੇ ਪਾਪੀ ਇਨਸਾਨ ਸੰਗਤ ਵਿੱਚ ਆਉਂਦੇ ਨੇ ਉਹ ਵੀ ਤਰ ਜਾਂਦੇ ਨੇ, ਤੇ ਕਈ ਏਦਾਂ ਦੇ ਆਉਂਦੇ ਨੇ ਪਿਆਰਿਓ ਸੰਗਤ 'ਚ ਵੀ ਨਹੀਂ ਹਟਦੇ, ਇੱਥੇ ਵੀ ਮਾੜਾ ਦੇਖੀ ਜਾਂਦੇ, ਗੁਰਦੁਆਰਿਆਂ 'ਚ ਜਾ ਕੇ ਨਹੀਂ ਹਟਦੇ, ਉੱਥੇ ਵੀ ਮਾੜਾ ਦੇਖੀ ਜਾਂਦੇ। ਅੱਖਾਂ ਨਾਲ ਕਿਸੇ ਦੀ ਧੀ ਭੈਣ ਵੱਲ ਮਾੜਾ ਦੇਖਣਾ, ਕਿਸੇ ਦੀ ਧੀ ਭੈਣ ਨੂੰ ਮਾੜਾ ਦੇਖਣਾ। ਮਹਾਂਪੁਰਖ ਵਚਨ ਕਰਦੇ ਹੁੰਦੇ ਸੀ, ਜਿਹੜਾ ਗੁਰੂ ਘਰ ਵਿੱਚ ਆ ਕੇ ਇਹਨਾਂ ਅੱਖਾਂ ਨਾਲ ਮਾੜਾ ਦੇਖਦਾ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ ਪਿਆਰ, ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ। ਉਹਨੂੰ ਕੋਈ ਗੁਰੂ ਪੀਰ ਨਹੀਂ ਬਖਸ਼ ਸਕਦਾ ਜਿਹੜਾ ਸੰਗਤ ਵਿੱਚ ਆ ਕੇ ਵੀ ਇਹਨਾਂ ਅੱਖਾਂ ਨਾਲ ਮਾੜਾ ਦੇਖਦਾ। ਤੇ ਇਹੀ ਅੱਖਾਂ ਨੇ ਪਿਆਰਿਓ, ਭਾਈ ਗੁਰਦਾਸ ਜੀ ਕਹਿੰਦੇ ਨੇ ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ। ਤੇ ਇੱਕ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ, ਕਹਿੰਦੇ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਫਿਰੀ। ਇੱਕ ਪਾਸੇ ਕਹਿ ਰਹੇ ਨੇ ਧੰਨੋ ਅੱਖਾਂ ਨੇ, ਪਰ ਕਿੰਨਾਂ ਦੀਆਂ? ਆ ਜਿਹੜੇ ਮਹਾਂਪੁਰਖਾਂ ਦੀ ਯਾਦ 'ਚ ਬੈਠੇ ਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨਾਂ ਦੀਆਂ ਅੱਖਾਂ? ਧੰਨ ਬਾਬਾ ਫਰੀਦ ਸਾਹਿਬ ਜੀ। ਕਿੰਨਾਂ ਦੀਆਂ ਅੱਖਾਂ? ਜਿਨ੍ਹਾਂ ਦੀਆਂ ਅੱਖਾਂ ਵਿੱਚ ਗੁਰੂ ਦਾ ਪ੍ਰੇਮ ਹੈ। ਤੇ ਉਹਨਾਂ ਨੂੰ ਕਿਹਾ ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦੀਦਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦੀਦਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦੀਦਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦੀਦਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦੀਦਾਰ ਨਾਲ ਲੱਗ ਗਈਆਂ ਜੀਆਂ ਉਹ ਕਦੋਂ ਮੇਲਦਾ ਸੰਸਾਰ ਨਾਲ ਅੱਖੀਆਂ, 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 ਉਹ ਕਦੋਂ ਮਿਲਦਾ ਸੰਸਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀ ਦੀਆਂ ਲੱਗ ਗਈਆਂ ਜੀ ਦੀਆਂ ਦਸਤਾਰ ਨਾਲ ਅੱਖੀਆਂ, ਉਹ ਕਦੋਂ ਮਿਲਦਾ ਹੈ ਸੰਸਾਰ ਨਾਲ। ਤੇ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਤਾਂ ਰੰਗ ਤਮਾਸ਼ਿਆਂ 'ਚ ਹੀ ਲੱਗੀਆਂ।
ਆ ਇੱਥੇ ਬੈਠਣਾ ਹੀ ਔਖਾ ਨਾ, ਕੀਰਤਨ ਸੁਣਨਾ ਹੀ ਔਖਾ ਨਾ। ਟਾਈਮ ਦੇਖਦੇ ਇੰਨੇ ਵੱਜ ਗਏ, ਇੰਨੇ ਆ ਗਾਉਣ ਵਾਲੀ ਕਿਤੇ ਲੱਗੀ ਹੋਵੇ ਸਾਰੀ ਰਾਤ ਡੀਜੇ ਵੱਜਦਾ, ਥੱਕਦਾ ਨਹੀਂ ਤੇ ਅੱਕਦਾ ਨਹੀਂ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਾਰੀ ਰਾਤ ਨੱਚੀ ਜਾਂਦਾ, ਸ਼ਰਾਬਾਂ ਪੀਵੀ ਜਾਂਦਾ ਸਾਰੀ ਰਾਤ, ਡੀਜੇ ਲੱਗੇ ਹੋਏ ਨੇ ਸਾਰੀ ਰਾਤ, ਗਾਣੇ ਚੱਲੀ ਜਾਂਦੇ ਨੇ, ਸੁਣੀ ਜਾਂਦਾ। ਆ ਹਾਲ ਆਪਾਂ ਦੇਖਦੇ ਹੀ ਆ ਨਾ ਪਿਆਰਿਓ। ਉੱਥੇ ਥੱਕਦਾ ਕੋਈ, ਉੱਥੇ ਅੱਕਦਾ ਕੋਈ। ਆ ਪਾਤਸ਼ਾਹ ਜੀ ਨੇ ਸਾਡਾ ਲੋਕ ਵੀ ਸਵਾਰਨਾ ਤੇ ਸਾਡਾ ਪਰਲੋਕ ਵੀ ਸਵਾਰਨਾ। ਇਹਨਾਂ ਕੋਲੇ ਬੈਠਣ ਲੱਗਿਆਂ ਦਾ ਮਨ ਵੇਖੋ ਕਿੰਨੀ ਛੇਤੀ ਅੱਕਦਾ, ਕਿੰਨੀ ਛੇਤੀ ਅੱਕ ਜਾਂਦੇ ਆ, ਕਿੰਨੀ ਛੇਤੀ ਥੱਕ ਜਾਂਦੇ ਆ। ਅਰਦਾਸ ਤੇ ਇਹ ਹੋਵੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ 'ਚ ਬੈਠੇ ਹੀ ਰਹੀਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। मोहे मरने का चाव है, मरूं तो हर के द्वार, मत हर पूछे कौन है परा हमार। एक दिन जदों मौत आवे, मरना साध संगत, किसी ने किवें मर जाना, किसी ने किवें मर जाना। ਧਾਨੋ ਨੇ ਜਿਨ੍ਹਾਂ ਦਾ ਮਰਨਾ ਵੀ ਗੁਰੂ ਨਾਲ ਜੁੜ ਜਾਂਦਾ ਹੈ, ਜਿਨ੍ਹਾਂ ਦੇ ਸਵਾਸ ਵੀ ਗੁਰੂ ਦੇ ਚਰਨਾਂ 'ਚ ਪੂਰੇ ਹੁੰਦੇ। ਧਾਨੋ ਗੁਰਮੁਖ ਨੇ, ਧਾਨੋ ਰੂਹਾਂ ਨੇ, ਜਦੋਂ ਸਵਾਸ ਪੂਰੇ ਹੁੰਦੇ ਨੇ ਉਸ ਵੇਲੇ ਵੀ ਮਾਲਕ ਦੀ ਦਰਗਾਹ ਵਿੱਚ ਬੈਠੇ ਹੁੰਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਆ ਕੰਨ ਵੀ ਲੱਗੇ ਹੋਏ ਨੇ ਨਿੰਦਿਆ ਸੁਣਨ, ਐਵੇਂ ਹੀ ਸੁਣੀ ਜਾਂਦੇ, ਨਾ ਗੱਲ ਦਾ ਪਤਾ ਹੁੰਦਾ, ਉਦਾਂ ਹੀ ਹਾਂ 'ਚ ਹਾਂ ਮਿਲਾਈ ਜਾਂਦੇ। ਜਦੋਂ ਹਾਂ 'ਚ ਹਾਂ ਮਿਲਾਉਂਦੇ ਆ ਨਾ ਪਿਆਰਿਓ, ਗੱਲ ਦਾ ਪਤਾ ਨਹੀਂ ਹੁੰਦਾ, ਉਹੀ ਕਹੀ ਜਾਂਦੇ ਹਾਂ ਠੀਕ ਹੈ। ਆਪਾਂ ਵੀ ਪਾਪਾਂ ਦੇ ਭਾਗੀ ਬਣਦੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਰੀ ਦਿਹਾੜੀ ਨਿੰਦਿਆ ਹੀ ਸੁਣੀ ਜਾਂਦੇ ਆ, ਕਿਤੇ ਕਿਸੇ ਦੀ ਗੱਲ ਤੋਰ ਲਈ, ਕਿਤੇ ਕਿਸੇ ਦੀ ਗੱਲ ਤੋਰ ਲਈ। ਜੇ ਸਮਾਂ ਵਾਧੂ ਹੈ ਸਾਡੇ ਕੋਲ, ਜੇ ਸਮਾਂ ਫ੍ਰੀ ਹੈ ਤੇ ਸਹਿਜ ਪਾਠ ਪ੍ਰਕਾਸ਼ ਕਰ ਲੋ, ਇੱਕ ਅੰਗ ਦੇ ਅਰਥ ਪੜ੍ਹ ਲੋ ਰੋਜ਼ ਜੇ ਫ੍ਰੀ ਆ। ਘਰੇ ਸਹਿਜ ਪਾਠ ਪ੍ਰਕਾਸ਼ ਕਰ ਲੋ ਤੇ ਮਨ ਵਿੱਚ ਨੇਮ ਬਣਾ ਲਓ ਵੀ ਇੱਕ ਅੰਗ ਦੇ ਅਰਥ ਰੋਜ਼ ਪੜ੍ਹਨੇ ਆ, ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਹਿੰਦੇ। ਇਸ ਪਾਸੇ ਮਨ ਲਾ ਲਓ। ਜੇ ਫ੍ਰੀ ਹੋ, ਪਤਾ ਵੀ ਸਮਾਂ ਫ੍ਰੀ ਹੈ, ਕੀਰਤਨ ਵਾਲੇ ਪਾਸੇ ਮਨ ਲਾ ਲਓ, ਸਹਿਜ ਪਾਠ ਰੱਖ ਲਓ, ਗੁਰਬਾਣੀ ਪੜ੍ਹਨ ਵਾਲੇ ਪਾਸੇ ਮਨ ਲਾ ਲਓ। ਜਦੋਂ ਫਜ਼ੂਲ ਗੱਲਾਂ ਕਰਦੇ ਆ ਨਾ ਪਿਆਰੇ, ਅੱਜ ਮੈਂ ਇੱਕ ਕਿਤਾਬ ਕੁਦਰਤੀ ਮੇਰੇ ਹੱਥ ਲੱਗ ਗਈ, ਭਰਤਰੀ ਹਰੀ ਜੀ ਦੀ ਕਿਤਾਬ ਲਿਖੀ ਹੈ ਵਿਰਾਗ ਸ਼ਤਕ। ਉਹਦੇ ਵਿੱਚ ਇੱਕ ਦੋਹਾ ਮੈਂ ਪੜ੍ਹਿਆ, ਮੈਂ ਹੈਰਾਨ ਹੋ ਗਿਆ ਵੀ ਕੋਈ ਇੰਨਾ ਵੀ ਵਿਦਵਾਨ ਹੋ ਸਕਦਾ, ਕੋਈ ਇੰਨਾ ਵੀ ਡੂੰਘਾਈ 'ਚ ਜਾ ਸਕਦਾ ਹੈ। ਉਹਨਾਂ ਨੇ ਲਿਖਿਆ, ਕਹਿੰਦੇ ਜਿਹੜਾ ਬੰਦਾ ਫਜ਼ੂਲ ਗੱਲਾਂ 'ਚ ਸਮਾਂ ਗੁਜ਼ਾਰਦਾ ਹੈ ਨਾ, ਫਜ਼ੂਲ ਗੱਲਾਂ 'ਚ, ਫਜ਼ੂਲ ਗੱਲਾਂ ਕੀ ਹੁੰਦੀਆਂ ਨੇ, ਐਵੇਂ ਹੀ ਗੱਲਾਂ ਕਰੀ ਜਾਣੀਆਂ, ਕੋਈ ਪਤਾ ਹੀ ਨਹੀਂ ਗੱਲ ਦਾ, ਮਤਲਬ ਹੀ ਕੋਈ ਨਹੀਂ, ਅਰਥ ਹੀ ਕੋਈ ਨਹੀਂ। ਕਹਿੰਦੇ ਜਿਹੜਾ ਫਜ਼ੂਲ ਗੱਲਾਂ 'ਚ ਟਾਈਮ ਗੁਜ਼ਾਰਦਾ ਹੈ, ਉਹਦੇ ਵਰਗਾ ਸਾਧ ਸੰਗਤ ਪਾਪੀ ਇਨਸਾਨ ਕੋਈ ਨਹੀਂ। ਜਿੰਨਾ ਘਾਟਾ ਉਹਨੂੰ ਪੈਂਦਾ ਤੇ ਰੱਬ ਲੇਖਾ ਮੰਗਦਾ ਵੀ ਇੰਨੇ ਸਵਾਸ ਤੋਂ ਫਜ਼ੂਲ ਹੀ ਗਵਾ ਲਏ, ਕਿਸੇ ਅਰਥ ਨਹੀਂ ਪਏ ਸਵਾਸ। ਕਿਉਂਕਿ ਅਰਥ ਉਹ ਸਵਾਸ ਪੈਣੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਯਾਦ ਦੀ ਮੋਹਰ ਲੱਗਦੀ। ਆਪਾਂ ਸਵਾਸ ਲੈਂਦੇ ਆ, ਜੇ ਵਾਹਿਗੁਰੂ ਦਾ ਨਾਮ ਆਉਂਦਾ ਹੈ ਜਾਂ ਪ੍ਰਮਾਤਮਾ ਦੀ ਯਾਦ ਆਉਂਦੀ ਹੈ, ਸਵਾਸ ਤੇ ਵਾਹਿਗੁਰੂ ਦੇ ਨਾਮ ਦੀ ਮੋਹਰ ਲੱਗਦੀ ਹੈ। ਤੇ ਜਿਹੜਾ ਸਵਾਸ ਨਿੰਦਿਆ ਵਿੱਚ ਲੰਘਿਆ ਪਿਆਰਿਓ, ਸਵਾਸ ਬੇਅਰਥ ਗਿਆ। ਜਿਹੜਾ ਸਵਾਸ ਕਿਸੇ ਦੀ ਨਿੰਦਿਆ ਵਿੱਚ ਲੰਘਿਆ, ਸਵਾਸ ਬੇਅਰਥ ਗਿਆ। ਤੇ ਮੇਰੇ ਮਾਲਕ ਤੇ ਰੋਜ਼ ਕਹਿੰਦੇ ਨੇ, ਇਹਦਾ ਬੈਠਾ ਬੈਠਾ ਸੰਤਾਂ ਦੀ ਨਿੰਦਿਆ ਕਰਦਾ, ਸੰਤਾਂ ਦੀ ਨਿੰਦਿਆ। ਮੇਰੇ ਮਾਲਕ ਕਹਿੰਦੇ ਨਿੰਦਾ ਭਲੀ ਕਿਸੇ ਕੀ, ਕਦੇ ਨਾ ਨਿੰਦਿਆ ਕਰ, ਕਦੇ ਨਾ ਮਾੜਾ ਕਹਿ। ਜੇ ਕਹਿਣਾ ਚਾਹੁੰਦਾ ਤੇ ਆਪਣੇ ਆਪ ਨੂੰ ਕਿਹਾ ਕਰ ਵੀ ਤੂੰ ਮਾੜਾ ਹੈ। ਕਦੇ ਆਪਣੇ ਆਪ ਨੂੰ ਅੰਦਰੋਂ ਝੋੜ ਕੇ ਕਿਹਾ ਕਰ, ਜੇਤਾ ਸਮੁੰਦ ਸਾਗਰ ਨੀਲ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ। ਕਦੇ ਆਪਣੇ ਆਪ ਨੂੰ ਕਹੀਂ ਤੂੰ ਤਾਂ ਸਾਰਿਆਂ ਤੋਂ ਮਾੜਾ ਬਣਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ, ਸਾਰਿਆਂ ਤੋਂ ਮਾੜਾ ਬਣਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ। ਤੂੰ ਤੇ ਸਾਰਿਆਂ ਤੋਂ ਮਾੜਾ
ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤੇ ਸਾਰਿਆਂ ਤੋਂ ਮਾੜਾ ਬਣਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਕਦੇ ਅਰਦਾਸ ਕਰਿਆ ਕਰ ਹਮ ਨਹੀਂ ਚੰਗੇ ਬੁਰਾ ਨਹੀਂ ਸਾਰਿਆਂ ਨਾਲੋਂ ਔਗਣ ਆਪਣੇ ਚ ਵੱਧ ਹੈ ਤੇ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਵਾਦੇ ਜੀਵਨ ਰਜੀਆਂ ਕਰ ਭੋਗ ਬਲਾਸੇ ਹੁਣ ਤੇ ਨਹੀਂ ਪਤਾ ਲੱਗਦਾ ਸਾਨੂੰ ਜਦੋਂ ਜੀਵ ਸਵਾਦਾਂ 'ਚ ਪਈ ਹੁੰਦੀ ਹੈ ਨਾ ਤੇ ਸਾਧ ਸੰਗਤ ਕਦੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹ ਕੇ ਦੇਖਿਓ ਸਤਿਗੁਰੂ ਕਹਿੰਦੇ ਰਸ ਹੋਏ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਆ ਜਿਹੜੇ ਰਸ ਅਸੀਂ ਮਾਣਦੇ ਆ ਸੋਨੇ ਦਾ ਰਸ ਖਾਣ ਦਾ ਰਸ ਆ ਮਹਿਕਾਂ ਦਾ ਰਸ ਘੋੜਿਆਂ ਦਾ ਰਸ ਗੱਡੀਆਂ ਦਾ ਰਸ ਗੁਰੂ ਨਾਨਕ ਸਾਹਿਬ ਪ੍ਰਸ਼ਨ ਪੁੱਛਦੇ ਨੇ ਸਾਥੋਂ ਝੰਜੋੜ ਕੇ ਕਹਿੰਦੇ ਇੱਕ ਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਇਹ ਕਹਿੰਦਾ ਜੀ ਅੰਦਰ ਰੱਬ ਨਹੀਂ ਵਸਦਾ ਆ ਤੁਹਾਡੇ ਘਰੇ ਕੋਈ ਕਮਰੇ ਵਿੱਚ ਕੂੜਾ ਖਿਲ ਰਿਹਾ ਹੋਵੇ ਨਾ ਸਾਧ ਸੰਗਤ ਉਸ ਕੂੜੇ ਵਾਲੇ ਕਮਰੇ ਤੁਸੀਂ ਕਹੋ ਵੀ ਆ ਕੂੜੇ ਵਾਲਾ ਕਮਰਾ ਕੂੜਾ ਖਿਲ ਰਿਹਾ ਇੱਥੇ ਬਿਠਾ ਦਿਓ ਬਹਿ ਜਾਊਗਾ ਨਹੀਂ ਬੈਠੋ ਕੂੜੇ ਵਾਲੇ ਕਮਰੇ 'ਚ ਮਹਿਮਾਨ ਨਹੀਂ ਬਹਿੰਦਾ ਤੇ ਆਹ ਦਿਲ ਹਿਰਦੇ ਵਿੱਚ ਕਿੰਨਾ ਕੂੜਾ ਭਰਿਆ ਨਿੰਦਿਆ ਈਰਖਾ ਦਵੈਸ਼ ਬਖੀਲੀ ਮਾੜੇ ਖਿਆਲ ਬੁਰੇ ਖਿਆਲ ਦਿਲ ਤੇ ਬੁਰੇ ਖਿਆਲਾਂ ਨਾਲ ਭਰਿਆ ਪਿਆ ਮਹਾਂਪੁਰਖ ਟਾਂਡੇ ਵਾਲੇ ਪੜ੍ਹਦੇ ਹੁੰਦੇ ਸੀ ਕਹਿੰਦੇ ਮਨ ਕਾਮ ਕ੍ਰੋਧ ਨਾਲ ਭਰਿਆ ਗੁਰਾਂ ਦੇ ਤਾਈਂ ਲੱਭਦਾ ਫਿਰਦਾ ਮਨ ਤਾਂ ਕਾਮ ਕ੍ਰੋਧ ਨਾਲ ਭਰਿਆ ਮਨ ਤੇ ਬੁਰੇ ਖਿਆਲਾਂ ਨਾਲ ਭਰਿਆ ਲੱਭਦਾ ਫਿਰਦਾ ਵੀ ਗੁਰੂ ਮਿਲ ਜੇ ਗੁਰੂ ਨੂੰ ਬਿਠਾਵੇਂਗਾ ਕਿੱਥੇ ਗੁਰੂ ਕਿੱਥੇ ਬੈਠੇ ਜੀਵ ਸਵਾਦਾਂ 'ਚ ਲੱਗੀ ਹੋਈ ਹੈ ਤੇ ਪਿਆਰਿਓ ਜਦੋਂ ਸਵਾਦ ਟੁੱਟਦੇ ਨੇ ਨਾ ਸਮਾਪਤੀ 10 ਮਿੰਟ 'ਚ ਕਰਦੇ ਆ ਸਮਾਂ ਬਹੁਤ